कैप्टन अमरिंदर के बारे नवजोत सिद्धू ने कहा कि बादलों नाल मिले हुए है। हुण राजा वड़िंग ने कहा है कि वित्त मंत्री मनप्रीत सिंह बादल बादलों नाल मिले हुए है। कितनी क सच्चाई है इस गल दे विच कि चाचा ते भतीजा मुड़ इकट्ठे होण लगे है। लुका जी है तो लड़ाई कांग्रेसियां दी, कोई सानू ਉਹਦੇ ਚ ਬਹੁਤਾ ਕੋਈ कमेंट करते ਅਸੀਂ ਚੰਗੇ नहीं लगते क्योंकि ਉਹਨਾਂ ਦੀ ਆਪਣੀ ਲੜਾਈ ਹੈ। ਕਿਵੇਂ ਲੜਦੇ ਹੋ ਤੁਹਾਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ। ਸਿੱਧੂ ਸਾਹਿਬ ਨੂੰ ਆਪਣੀ ਕਾਹਲੀ ਬੜੀ ਹੋਈ ਵੀ ਹੈ ਕੁਰਸੀ ਦੀ, ਵੀ ਮੈਂ ਬੋਲ ਬਾਲ ਕੇ ਗਾਲਾਂ ਗੁਲਾ ਹੋਰ ਪੁੱਠੇ ਸਿੱਧੇ ਐਲੀਗੇਸ਼ਨ ਲਾ ਕੇ ਕੈਪਟਨ ਤੋਂ ਸ਼ਾਇਦ ਛੇਤੀ ਕੁਰਸੀ ਖੋਹ ਲਾਂ। ਇਵੇਂ ਜੀ ਕਿ ਰਾਜਾ ਵੜਿੰਗ ਤੇ ਜਿਹੜੀ ਮਨਪ੍ਰੀਤ ਦੀ ਲੜਾਈ ਜਿਹੜੀ ਹੁਣ ਆ ਰਹੀ ਹੈ 2-3 ਦਿਨਾਂ ਦੀ ਅਖਬਾਰਾਂ ਦੇ ਵਿੱਚ ਆ ਰਹੀ ਹੈ ਜਾਂ ਮੀਡੀਆ ਦੇ ਵਿੱਚ ਆ ਰਹੀ ਹੈ, ਉਹਨਾਂ ਦੀ ਇਕੱਲੀ ਗਰੰਟਾਂ ਵਾਲੀ ਲੜਾਈ ਨਹੀਂ ਹੈਗੀ ਮੇਰੀ ਸਮਝ ਦੇ ਮੁਤਾਬਕ। ਉਹਨਾਂ ਦੀ ਲੜਾਈ ਵੀ ਹੋਰ ਕਿਤੋਂ ਲੜੀ ਜਾ ਰਹੀ ਹੈ। ਪਹਿਲਾਂ ਇੱਥੇ ਮਨਪ੍ਰੀਤ ਲੜਦਾ ਹੁੰਦਾ ਸੀ, ਫਿਰ ਵੜਿੰਗ ਸਾਹਿਬ ਆ ਗਏ, ਫਿਰ ਪਾਰਲੀਮੈਂਟ ਦੇ ਵਿੱਚ ਬਠਿੰਡੇ ਤੇ ਚਲੇ ਗਏ ਵੜਿੰਗ ਸਾਹਿਬ, ਉੱਥੇ ਵੀ ਦੋਸ਼ ਲੱਗੇ। ਇਹ ਕੋਈ ਇਹੋ ਜਿਹੀਆਂ ਗੱਲਾਂ ਹੁੰਦੀਆਂ ਰਹੀਆਂ ਨੇ, ਉਹ ਕੁੜਤਣਾ ਤਾਂ ਹੋਰ ਨੇ, ਗਰਾਟਾਂ 'ਚ ਤਾਂ ਬਹਾਨੇ ਆ। ਬਾਦਲਾਂ ਨਾਲ ਮਿਲੇ ਹੋਏ ਦਾ ਦੋਸ਼ ਉਹ ਵੀ ਕਿਸੇ ਸਧਾਰਨ ਵਿਅਕਤੀ ਨੇ ਨਹੀਂ, ਰਾਜਾ ਵੜਿੰਗ ਵੱਲੋਂ ਲਾਇਆ ਗਿਆ ਹੈ। ਤੇ ਮਲੂਕਾ ਸਾਹਿਬ ਦਾ ਕਹਿਣਾ ਹੈ ਕਿ ਤਾਂ ਕਾਂਗਰਸ ਦੀ ਕੁਰਸੀ ਦੀ ਲੜਾਈ ਆ, ਬਾਕੀ ਤਾਂ ਜਿਹੜੀ ਬਹਾਨੇਬਾਜ਼ੀਆਂ। ਸਿੱਧੂ ਸਾਹਿਬ ਪਹਿਲੀ ਤਾਂ ਗੱਲ ਇਹ ਹੈਗੀ ਆ, ਮੈਂ ਮੰਨਦਾ ਇਸ ਮਲੂਕਾ ਸਾਹਿਬ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਜਿਹੜੀਆਂ ਗ੍ਰਾਂਟਾਂ ਹੁੰਦੀਆਂ ਉਹ ਸਰਕਾਰ ਦਿੰਦੀ ਹੈ ਤੇ ਸਰਕਾਰ ਸਾਰਿਆਂ ਦੀ ਹੁੰਦੀ ਹੈ, ਕੋਈ ਇੱਕ ਬੰਦੇ ਦੀ ਨਹੀਂ ਹੁੰਦੀ। ਪਰ ਗੱਲ ਇੱਥੇ ਆ ਜਾਂਦੀ ਆ ਜਦੋਂ ਸਾਡਾ ਕੋਈ ਕਾਂਗਰਸੀ ਬੰਦਾ ਕਹੇ ਵੀ ਸਾਨੂੰ ਗ੍ਰਾਂਟ ਚਾਹੀਦੀ, ਉਦੋਂ ਤਾਂ ਅਸੀਂ ਹੱਥ ਖੜੇ ਕਰ ਦਿੰਦੇ ਆ, ਖਜ਼ਾਨਾ ਖਾਲੀ ਆ। ਜਦੋਂ ਮਾਮੇ ਦਾ ਭੋਗ ਹੁੰਦਾ ਉੱਥੇ ਪੈਸੇ ਦਿੱਤੇ ਜਾਂਦੇ ਆ, ਉਦੋਂ ਗ੍ਰਾਂਟ ਆ ਜਾਂਦੀ ਆ। ਜਦੋਂ ਮਾਮੇ ਦੇ ਪਿੰਡ 'ਚ ਜਾਂਦੇ ਆ ਪਤਨਾ ਤੇ ਉਦੋਂ ਦੇਣ ਵਾਸਤੇ ਪੈਸਾ। ਮਲੂਕਾ ਸਾਹਿਬ ਦਾ ਕਹਿਣਾ ਹੈ ਕਿ ਕੁਰਸੀ ਦੀ ਲੜਾਈ ਹੈ, ਪਰ ਦੂਜੇ ਪਾਸੇ ਚਾਹਲ ਸਾਹਿਬ ਦਾ ਕਹਿਣਾ ਹੈ ਕਿ ਜਦੋਂ ਇਸ ਤਰ੍ਹਾਂ ਦਾ ਪੱਖਪਾਤ ਨਾਲ ਜਾਂ ਆਪਣਿਆਂ ਨੂੰ ਤੁਸੀਂ ਰੋੜੀਆਂ ਦਿਓਗੇ ਤਾਂ ਸਵਾਲ ਤਾਂ ਉੱਠਣਗੇ। ਕੀ ਕਰਤਾ ਦੇਖੋ ਸਿੱਧੂ ਸਾਹਿਬ, ਜੋ ਸਰਦਾਰ ਸਿਕੰਦਰ ਸਿੰਘ ਮਲੂਕਾ ਜੀ ਨੇ ਕਿਹਾ ਉਹਨਾਂ ਦੀ ਗੱਲ ਨਾਲ ਮੈਂ ਕਾਫੀ ਹੱਦ ਤੱਕ ਸਹਿਮਤ ਹੈਗਾ ਕਿ ਜਿਹੜਾ ਵੀ ਕੋਈ ਮੰਤਰੀ ਹੁੰਦਾ ਹੈਗਾ, ਸਰਕਾਰ ਹੁੰਦੀ ਹੈ, ਉਹ ਸਾਰੇ ਲੋਕਾਂ ਦੀ ਹੁੰਦੀ ਹੈ, ਹੋਣੀ ਚਾਹੀਦੀ ਵੀ। ਜਿਹੜੀ ਇਸ ਦੀ ਸ਼ੁਰੂਆਤ ਹੈ ਨਾ ਜਿਹੜੀ, ਉਹ ਅਕਾਲੀ ਦਲ ਨੇ ਕੀਤੀ ਹੈ। ਇਹ ਤਾਂ ਬੱਚਾ ਪਿੰਡ ਦਾ ਯਾਨੀ ਕਿ ਪੰਜਾਬ ਦਾ ਜਾਣਦਾ ਹੈਗਾ ਕਿ ਇਸ ਟਾਈਮ ਜਿਹੜਾ ਹੈਗਾ ਕੈਪਟਨ ਦੀ ਨਹੀਂ ਬਲਕਿ ਬਾਦਲਾਂ ਦੀ ਸਰਕਾਰ ਪੰਜਾਬ ਦੇ ਵਿੱਚ ਚੱਲ ਰਹੀ ਹੈ। ਨਜ਼ਰੀ ਦੇ ਜਿਵੇਂ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉੱਤੇ ਦੋਸ਼ ਲੱਗ ਰਿਹਾ ਹੈ ਕਿ ਉਹ ਬਾਦਲਾਂ ਨਾਲ ਮਿਲੇ ਹੋਏ ਹੈ। ਮੁੱਖ ਮੰਤਰੀ ਤੇ ਪਹਿਲਾਂ ਦੋਸ਼ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਲਾਏ ਤੇ ਹੁਣ ਕਾਂਗਰਸ ਦੇ ਜਿਹੜਾ ਯੁਵਾ ਨੇਤਾ ਰਹੇ ਹੈ ਇਸ ਵੇਲੇ ਮੌਜੂਦਾ ਵਿਧਾਇਕ ਰਾਜਾ ਵੜਿੰਗ, ਉਹਨਾਂ ਵੱਲੋਂ ਮਨਪ੍ਰੀਤ ਬਾਦਲ ਤੇ ਦੋਸ਼ ਲਾਏ ਗਏ ਹੈ। ਗੱਲ ਕੇਵਲ ਇੰਨੀ ਨਹੀਂ ਹੈ, ਰਾਜਾ ਵੜਿੰਗ ਨੇ ਪਾਰਟੀ ਦੇ ਕੌਮੀ ਨੇਤਾ ਰਾਹੁਲ ਗਾਂਧੀ ਨੂੰ ਟਵੀਟ ਕਰਕੇ ਇਹ ਗੱਲ ਕਹੀ ਹੈ ਕਿ ਮਨਪ੍ਰੀਤ ਬਾਦਲ ਦੇ ਖਿਲਾਫ ਪਾਰਟੀ ਅਨੁਸ਼ਾਸਨ ਨੂੰ ਲੈ ਕੇ ਕਾਰਵਾਈ ਕੀਤੀ ਜਾਵੇ ਤੇ ਉਸ ਨੂੰ ਵਜ਼ਾਰਤ ਤੋਂ ਬਾਹਰ ਦਾ ਰਾਹ ਦਿਖਾਇਆ ਜਾਵੇ। ਕੇਵਲ ਇੰਨਾ ਹੀ ਨਹੀਂ, ਗੱਲ ਰਾਜਾ ਵੜਿੰਗ ਤੱਕ ਵੀ ਸੀਮਿਤ ਨਹੀਂ ਰਹੀ। ਕਾਂਗਰਸ ਪਾਰਟੀ ਦੇ ਪਾਰਲੀਮੈਂਟ ਮੈਂਬਰ ਰਵਨੀਤ ਬਿੱਟੂ, ਕਾਂਗਰਸ ਦੇ ਇੱਕ ਹੋਰ ਵਿਧਾਇਕ ਕੁਲਬੀਰ ਜ਼ੀਰਾ, ਇੱਦਾਂ ਹੀ ਜਿਹੜਾ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਉਹਨਾਂ ਨੇ ਵੀ ਜਿਹੜਾ ਟਵੀਟ ਕੀਤਾ ਗਿਆ ਉਸ ਟਵੀਟ ਨੂੰ ਅੱਗੇ ਸ਼ੇਅਰ ਕੀਤਾ ਹੈ। ਸਵਾਲ ਕੇਵਲ ਇਹ ਨਹੀਂ ਹੈ ਕਿ ਰਾਜਾ ਵੜਿੰਗ ਜਾਂ ਮਨਪ੍ਰੀਤ ਬਾਦਲ ਦੇ ਵਿੱਚ ਜਿਹੜਾ ਹੈਗਾ ਟਕਰਾਅ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਚਾਹੇ ਮਨਪ੍ਰੀਤ ਬਾਦਲ ਹੋਣ ਚਾਹੇ ਕੈਪਟਨ ਅਮਰਿੰਦਰ ਹੋਣ, ਮਾਮਲੇ ਵੱਖਰੇ ਹੋ ਸਕਦੇ ਆ ਪਰ ਦੋਸ਼ ਇੱਕੋ ਹੀ ਹੈ, ਬਾਦਲਾਂ ਨਾਲ ਮਿਲੇ ਹੋਏ ਹੈ। ਸੱਚ ਕੀ ਹੈ ਤਾਂ ਸੰਬੰਧਿਤ ਧਿਰਾਂ ਹੀ ਜਾਣਦੀਆਂ, ਪਰ ਇਹ ਗੱਲ ਵੀ ਸਹੀ ਹੈ ਕਿ ਰਾਜਨੀਤੀ ਸਭ ਕੁਝ ਸੰਭਵ ਹੈ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਸਾਡੇ ਜਿਹੜੇ ਕਦਾਵਰ ਮਹਿਮਾਨ ਇਸ ਵੇਲੇ ਜੁੜੇ ਹੋਏ ਹੈ। ਸਿਕੰਦਰ ਸਿੰਘ ਮਲੂਕਾ ਜੀ, ਸਾਬਕਾ ਕੈਬਨਿਟ ਮੰਤਰੀ, ਅਕਾਲੀ ਦਲ ਦੇ ਕਦਾਵਰ ਨੇਤਾ। ਇਸੇ ਤਰੀਕੇ ਨਾਲ ਰਾਣਾ ਬਲਜੀਤ ਸਿੰਘ ਚਾਹਲ, ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਨੇ। ਇੱਦਾਂ ਹੀ ਜਿਹੜਾ ਹੈਗਾ ਸਾਡੇ ਨਾਲ ਨੀਲ ਗਰਗ ਜੀ, ਆਮ ਆਦਮੀ ਪਾਰਟੀ ਦੇ ਬੁਲਾਰੇ ਨੇ, ਤੇ ਪੰਜਾਬ ਦੇ ਸੀਨੀਅਰ ਜਰਨਲਿਸਟ ਤੇ ਮਾਲਵੇ ਦੀ ਨੁਮਾਇੰਦਗੀ ਇੱਕ ਵੱਡੇ ਅਖਬਾਰ ਦੀ ਕਰਨ ਵਾਲੇ ਪੱਤਰਕਾਰ ਨਰਪਿੰਦਰ ਧਾਲੀਵਾਲ। ਸਾਰੇ ਮਹਿਮਾਨਾਂ ਨੂੰ ਮੈਂ ਪੈਨਲ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਮਲੂਕਾ ਸਾਹਿਬ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਪਹਿਲਾਂ ਕੈਪਟਨ ਅਮਰਿੰਦਰ ਦੇ ਬਾਰੇ ਨਵਜੋਤ ਸਿੱਧੂ ਨੇ ਕਿਹਾ ਕਿ ਬਾਦਲਾਂ ਨਾਲ ਮਿਲੇ ਹੋਏ ਹੈ। ਹੁਣ ਰਾਜਾ ਵੜਿੰਗ ਨੇ ਕਿਹਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਾਦਲਾਂ ਨਾਲ ਮਿਲੇ ਹੋਏ ਹੈ। ਮਲੂਕਾ ਸਾਹਿਬ, ਤੁਸੀਂ ਤਾਂ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਨਾਲ ਜੁੜੇ ਹੋਏ ਨਹੀਂ, ਸਗੋਂ ਮੈਂ ਕਹਾਂਗਾ ਕਿ ਆਪਣੇ ਪਿੰਡੇ ਤੇ ਰਾਜਨੀਤੀ ਨੂੰ ਹੰਡਾਇਆ। ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਵਿੱਚ ਕਿ ਚਾਚਾ ਤੇ ਭਤੀਜਾ ਮੁੜ ਇਕੱਠੇ ਹੋਣ ਲੱਗੇ ਹੈ? ਮਲੂਕਾ ਜੀ
ਦੇਖੋ ਸਿੱਧੂ ਸਾਹਿਬ, ਮੈਨੂੰ ਵੀ 45 ਸਾਲ ਹੋ ਗਏ ਸਿਆਸਤ ਦੇ ਵਿੱਚ ਕੰਮ ਕਰਦਿਆਂ ਨੂੰ। ਛੋਟੇ ਉਮਰ ਤੋਂ ਲੈ ਕੇ ਬੜਾ ਕੁਝ ਵੇਖਿਆ ਹੈ। ਬੜੇ ਮਲੂਕਾ ਸਾਹਿਬ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੈ ਕਿ ਪਹਿਲਾਂ ਕੈਪਟਨ ਅਮਰਿੰਦਰ ਦੇ ਬਾਰੇ ਨਵਜੋਤ ਸਿੱਧੂ ਨੇ ਕਿਹਾ ਕਿ ਬਾਦਲਾਂ ਨਾਲ ਮਿਲੇ ਹੋਏ ਹੈ। ਹੁਣ ਰਾਜਾ ਵੜਿੰਗ ਨੇ ਕਿਹਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਾਦਲਾਂ ਨਾਲ ਮਿਲੇ ਹੋਏ ਹੈ। ਮਲੂਕਾ ਸਾਹਿਬ, ਤੁਸੀਂ ਤਾਂ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਨਾਲ ਜੁੜੇ ਹੋਏ ਨਹੀਂ, ਸਗੋਂ ਮੈਂ ਕਹਾਂਗਾ ਕਿ ਆਪਣੇ ਪਿੰਡੇ ਤੇ ਰਾਜਨੀਤੀ ਨੂੰ ਹੰਢਾਇਆ। ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਵਿੱਚ ਕਿ ਚਾਚਾ ਤੇ ਭਤੀਜਾ ਮੁੜ ਇਕੱਠੇ ਹੋਣ ਲੱਗੇ ਹੈ? ਮਲੂਕਾ ਜੀ ਦੇਖੋ ਸਿੱਧੂ ਸਾਹਿਬ, ਮੈਨੂੰ ਵੀ 45 ਸਾਲ ਹੋ ਗਏ ਸਿਆਸਤ ਦੇ ਵਿੱਚ ਕੰਮ ਕਰਦਿਆਂ ਨੂੰ। ਛੋਟੇ ਉਮਰ ਤੋਂ ਲੈ ਕੇ ਬੜਾ ਕੁਝ ਵੇਖਿਆ ਹੈ। ਬੜੇ ਉਤਰਾਅ ਚੜ੍ਹਾਅ ਵੇਖੇ ਆ। ਮੇਰੀ ਸਮਝ ਦੇ ਵਿੱਚ ਜਿਹੜੀ ਸਿਆਸਤ ਹੈ ਉਹ ਸਿਆਸਤ ਹੈ। ਸਿਆਸਤ ਨੂੰ ਲੜਾਈ ਨਹੀਂ ਬਣਾਉਣਾ ਚਾਹੀਦਾ ਜਾਤੀ। ਹੁਣ ਜਿਹੜਾ ਥੋੜੇ ਜਿਹੇ ਸਾਲਾਂ ਤੋਂ ਚੱਲ ਰਿਹਾ ਹੈ, ਉਹ ਲੜਾਈ ਨੂੰ ਅਸੀਂ ਜਿਹੜੀ ਸਿਆਸਤ ਹੈ ਇਹਨੂੰ ਵੀ ਦੁਸ਼ਮਣੀਆਂ ਵਿੱਚ ਜਾਂ ਲੜਾਈ ਦੇ ਰੂਪ 'ਚ ਲੈ ਰਹੇ ਹਾਂ, ਜਿਹੜਾ ਕਿ ਗਲਤ ਹੈ। ਸਿਆਸਤ ਦੇ ਵਿੱਚ ਸੇਵਾ ਕਰਨ ਦੀ ਖਾਤਰ ਲੋਕ ਆਉਂਦੇ ਆ, ਚਾਹੇ ਕੋਈ ਕਾਂਗਰਸ ਪਾਰਟੀ ਚਾਹੁੰਦਾ ਹੈ, ਅਕਾਲੀ ਦਲ ਚਾਹੁੰਦਾ, ਹੋਰ ਪਾਰਟੀਆਂ ਚਾਹੁੰਦੇ ਨੇ। ਲੋਕਾਂ ਨੇ ਡਿਊਟੀਆਂ ਲਾਉਣੀਆਂ ਨੇ, ਲੋਕਾਂ ਦੀ ਮਰਜ਼ੀ ਹੁੰਦੀ ਹੈ। ਸਰਕਾਰ ਕੀ ਆ, ਉਹ ਵੀ ਲੋਕਾਂ ਦੀ ਮਰਜ਼ੀ ਹੈ। ਮੇਰਾ ਮਤਲਬ ਬਹੁਤਾ ਛੋਟਾ ਦਿਲ ਲੈ ਕੇ ਸਿਆਸਤ ਦੇ ਵਿੱਚ ਚੱਲਿਆ ਨਹੀਂ ਜਾਣਾ ਚਾਹੀਦਾ ਹੁੰਦਾ, ਨਾ ਚੱਲਣਾ ਚਾਹੀਦਾ ਹੁੰਦਾ। ਹੁਣ ਦੂਸ਼ਣਾਂ ਦੇ ਨਾਲ ਦੂਸ਼ਣ ਲਾ ਕੇ ਇੱਕ ਦੂਜੇ ਦੇ ਕੰਮ ਕਰਕੇ ਨਹੀਂ ਅੱਗੇ ਆਉਣਾ ਚਾਹੁੰਦੇ ਲੋਕ। ਇੱਕ ਦੂਜੇ ਤੇ ਦੂਸ਼ਣ ਲਾ ਕੇ ਅੱਗੇ ਆਉਣਾ ਚਾਹੁੰਦੇ ਆ ਵੀ ਮੈਂ ਦੂਜੇ ਨੂੰ ਨੀਵਾਂ ਦਿਖਾ ਦਿਆਂ, ਦੂਜੇ ਨੂੰ ਨੀਵਾਂ ਦਿਖਾ ਦਿਆਂ। ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਹੈ ਆਉਣ ਵਾਲੇ ਸਮੇਂ ਵਾਸਤੇ ਸਾਡੇ ਵਾਸਤੇ ਮਾੜੀ ਹੈ। ਦੂਸ਼ਣ ਜਿਹੜੇ 90% ਹੁੰਦੇ ਵੀ ਝੂਠੇ ਹੀ ਹੈ, ਕੋਈ ਸੱਚੇ ਨਹੀਂ ਹੁੰਦੇ। ਐਵੇਂ ਬੇਸਿਰ ਪੈਰੋਂ ਲਾਈ ਜਾਂਦੇ ਆ ਜਿਹਦਾ ਕੋਈ ਦਾਮ ਨਹੀਂ ਹੁੰਦਾ। ਦੇਖੋ ਸਰਕਾਰ ਕਿਸੇ ਦੀ ਵੀ ਬਣ ਜਾਂਦੀ ਹੈ, ਜਿਹਦੀ ਲੋਕਾਂ ਨੇ ਬਣਾਉਣੀ ਹੈ, ਜਿਹਦੀ ਮਰਜ਼ੀ ਬਣਾ ਦੇਣ। ਤੇ ਸਰਕਾਰ ਦੀ ਹੁੰਦੀ ਹੈ, ਸਰਕਾਰ ਕੋਲੇ ਸਾਰਿਆਂ ਨੇ ਹੀ ਜਾਣਾ ਹੁੰਦਾ ਹੈ। ਅੱਗੇ ਜਾਂਦੇ ਵੀ ਹੁੰਦੇ ਸੀ, 2002 ਤੋਂ ਬਾਅਦ ਹੀ ਜਾਣਾ ਹੁੰਦਾ ਨਹੀਂ। ਪਹਿਲਾਂ ਤਾਂ ਸਾਡੇ ਕੋਲੇ ਕਾਂਗਰਸ ਦੇ ਐਮਐਲਏ ਵੀ ਆਉਂਦੇ ਰਹੇ ਆ, ਆਮ ਪਿੰਡਾਂ ਚੋਂ ਕਾਂਗਰਸ ਦੇ ਸਰਪੰਚ ਵੀ ਆ ਜਾਂਦੇ ਸੀ। ਕਿਉਂਕਿ ਸਰਕਾਰ ਆ। ਮੈਂ ਤਾਂ ਸਰਕਾਰ ਜਿਹੜਾ ਉਸ ਕੁਰਸੀ ਤੇ ਬੈਠ ਗਿਆ, ਚਾਹੇ ਕੋਈ ਵੀ ਹੈ, ਉਹ ਸਰਕਾਰ ਹੈ। ਜਦ ਮਨਪ੍ਰੀਤ ਖਜ਼ਾਨਾ ਮੰਤਰੀ ਹੈ ਤਾਂ ਸਰਕਾਰ ਦਾ ਹੈ। ਸੋ ਸਰਕਾਰ ਦੇ ਵਿੱਚ ਸਰਕਾਰ ਕੋਲੇ ਕੋਈ ਕੰਮ ਧੰਦੇ ਆਉਣਾ ਜਾਂ ਗ੍ਰਾਂਟ ਮੰਗਣ ਆਉਣਾ ਜਾਂ ਕੋਈ ਹੋਰ ਆਪਦੀ ਦੁੱਖ ਤਕਲੀਫ ਲੈ ਕੇ ਆਉਣਾ, ਲੋਕਾਂ ਦੇ ਮਸਲੇ ਲੈ ਕੇ ਆਉਣਾ, ਮੈਂ ਕੋਈ ਉਹਨੂੰ ਮਾੜੀ ਗੱਲ ਨਹੀਂ ਗਿਣਦਾ ਹੈਗਾ। ਮੈਂ ਉਹਨੂੰ ਕੋਈ ਮਾੜੀ ਗੱਲ ਨਹੀਂ ਗਿਣਦਾ ਜੀ। ਲੂਕਾ ਸਾਹਿਬ, ਮੈਂ ਵਿੱਚੋਂ ਤੁਹਾਨੂੰ ਜਿਹੜਾ ਇੱਕ ਛੋਟਾ ਜਿਹਾ ਸਵਾਲ ਲੈਣ ਲੱਗਿਆ, ਫਿਰ ਆਪਾਂ ਅਗਲੇ ਮਹਿਮਾਨਾਂ ਨਾਲ ਗੱਲ ਕਰਾਂਗੇ। ਆਖਰ ਚਾਹੇ ਆਪਾਂ ਗੱਲ ਕਰਦੇ ਹਾਂ ਸਵਾਲ ਜਿਹੜੇ ਕੰਮ ਧੰਦਾ ਨਹੀਂ ਲੋਕ ਆਉਂਦੇ ਆ, ਬਿਲਕੁਲ ਸਹੀ ਗੱਲ ਕਹਿ ਰਹੇ ਹੋ। ਪਰ ਆਪਾਂ ਕੈਪਟਨ ਅਮਰਿੰਦਰ ਦੀ ਗੱਲ ਕਰ ਲਈਏ, ਹੁਣ ਮਨਪ੍ਰੀਤ ਬਾਦਲ ਦੀ ਗੱਲ ਕਰੀਏ। ਇਹੀ ਐਲੀਗੇਸ਼ਨ ਦੋਸ਼ ਕਿਉਂ ਲੱਗ ਰਿਹਾ ਹੈ ਕਿ ਬਾਦਲਾਂ ਨਾਲ ਮਿਲੇ ਹੋਏ ਹੈ? ਦੇਖੋ ਹੈ ਤਾਂ ਲੜਾਈ ਕਾਂਗਰਸੀਆਂ ਦੀ, ਕੋਈ ਸਾਨੂੰ ਉਹਦੇ ਚ ਬਹੁਤਾ ਕੋਈ ਕਮੈਂਟ ਕਰਦੇ ਅਸੀਂ ਚੰਗੇ ਨਹੀਂ ਲੱਗਦੇ, ਕਿਉਂਕਿ ਉਹਨਾਂ ਦੀ ਆਪਣੀ ਲੜਾਈ ਹੈ। ਕਿਵੇਂ ਲੜਦੇ ਉਹ ਤੁਹਾਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ। ਜਿਹੜੇ ਕਾਂਗਰਸ ਵਾਲੇ ਚਹਿਲ ਸਾਹਿਬ ਬੈਠੇ ਇਹਨਾਂ ਨੂੰ ਵੀ ਪਤਾ, ਸਾਰਿਆਂ ਨੂੰ ਪਤਾ ਹੈ ਕਿ ਕੀ ਲੜਾਈ ਲੜ ਰਹੇ ਆ। ਉਹਦੇ ਚ ਮੈਂ ਕੋਈ ਜ਼ਿਆਦਾ ਕਮੈਂਟ ਨਹੀਂ ਕਰਨਾ ਕਿਸੇ ਗੱਲਾਂ ਦੇ ਉੱਤੇ। ਸਿੱਧੂ ਸਾਹਿਬ ਨੂੰ ਆਪਣੀ ਕਾਹਲੀ ਬੜੀ ਹੋਈ ਵੀ ਹੈ ਕੁਰਸੀ ਦੀ, ਵੀ ਮੈਂ ਬੋਲ ਬਾਲ ਕੇ ਗਾਲਾਂ ਗੁਲਾਂ ਜਾਂ ਹੋਰ ਪੁੱਠੇ ਸਿੱਧੇ ਐਲੀਗੇਸ਼ਨ ਲਾ ਕੇ ਕੈਪਟਨ ਤੋਂ ਸ਼ਾਇਦ ਛੇਤੀ ਕੁਰਸੀ ਖੋਹ ਲਾਂ। ਇਵੇਂ ਜੀ ਕਿ ਰਾਜਾ ਵੜਿੰਗ ਤੇ ਜਿਹੜੀ ਮਨਪ੍ਰੀਤ ਦੀ ਲੜਾਈ ਜਿਹੜੀ ਹੁਣ ਆ ਰਹੀ ਹੈ, 2-3 ਦਿਨਾਂ ਦੀ ਅਖਬਾਰਾਂ ਦੇ ਵਿੱਚ ਆ ਰਹੀ ਹੈ ਜਾਂ ਮੀਡੀਆ ਦੇ ਵਿੱਚ ਆ ਰਹੀ ਹੈ, ਉਹਨਾਂ ਦੀ ਇਕੱਲੀ ਗ੍ਰਾਂਟਾਂ ਵਾਲੀ ਲੜਾਈ ਨਹੀਂ ਹੈਗੀ। ਮੇਰੀ ਸਮਝ ਦੇ ਮੁਤਾਬਕ ਉਹਨਾਂ ਦੀ ਲੜਾਈ ਵੀ ਹੋਰ ਕਿਤੋਂ ਲੜੀ ਜਾ ਰਹੀ ਹੈ। ਪਹਿਲਾਂ ਇੱਥੇ ਮਨਪ੍ਰੀਤ ਲੜਦਾ ਹੁੰਦਾ ਸੀ, ਫਿਰ ਵੜਿੰਗ ਸਾਹਿਬ ਆ ਗਏ, ਫਿਰ ਪਾਰਲੀਮੈਂਟ ਦੇ ਵਿੱਚ ਬਠਿੰਡੇ ਤੇ ਚਲੇ ਗਏ ਵੜਿੰਗ ਸਾਹਿਬ, ਉੱਥੇ ਵੀ ਦੋਸ਼ ਲੱਗੇ। ਇਹ ਕੋਈ ਇਹੋ ਜਿਹੀਆਂ ਗੱਲਾਂ ਹੁੰਦੀਆਂ ਰਹੀਆਂ ਨੇ। ਉਹ ਕੁੜਤਣਾ ਤਾਂ ਹੋਰ ਨੇ, ਗ੍ਰਾਂਟਾਂ 'ਚ ਤਾਂ ਬਹਾਨੇ ਹੈ। ਗ੍ਰਾਂਟ ਤਾਂ ਦੇਖੋ ਸਰਕਾਰ ਦੀ ਹੈ, ਪੈਸਾ ਲੋਕਾਂ ਦਾ, ਸਰਕਾਰ ਲੋਕਾਂ ਦੀ, ਕਿਸੇ ਵੀ ਪਾਰਟੀ ਦੀ ਹੋਵੇ, ਸਰਕਾਰ ਤਾਂ ਲੋਕਾਂ ਦੀ ਹੈ। ਤੇ ਸਰਕਾਰ ਗ੍ਰਾਂਟ ਕਿਸੇ ਨੂੰ ਲੱਗਦੀ ਹੈ, ਸੋਸ਼ਲ ਕੰਮਾਂ ਨੂੰ ਵੀ ਦੇ ਸਕਦੀ ਹੈ। ਪਰਸਨਲ ਬੰਦੇ ਸਿੱਧੂ ਸਾਹਿਬ ਬੰਦੇ ਨੂੰ ਗ੍ਰਾਂਟ ਤਾਂ ਦਿੱਤੀ ਨਹੀਂ ਜਾ ਸਕਦੀ। ਗ੍ਰਾਂਟ ਤਾਂ ਪਿੰਡ ਵਾਸਤੇ ਹੀ ਦੇਣੀ ਪਊਗੀ ਜਾਂ ਕਿਸੇ ਸਾਂਝੇ ਕੰਮ ਵਾਸਤੇ ਦੇਣੀ ਪਊਗੀ। ਤੇ ਫਿਰ ਕਿਸੇ ਨੂੰ ਵੀ, ਮੈਂ ਤਾਂ ਇਹਨੂੰ ਕੋਈ ਬੁਰਾ ਨਹੀਂ ਸਮਝਦਾ ਵੀ ਜੇ ਗ੍ਰਾਂਟ ਕਿਸੇ ਨੂੰ ਦੇਤੀ ਹੈ, ਕੋਈ ਆ ਗਿਆ ਲੈਣ ਤੇ ਉਹਨੇ ਦੇਤੀ ਹੈ, ਖਜ਼ਾਨਾ ਮੰਤਰੀ ਜੀ ਨੇ ਦੇਤੀ, ਚਾਹੇ ਮੁੱਖ ਮੰਤਰੀ ਨੇ ਦੇਤੀ। ਮੈਂ ਤਾਂ ਖੁਦ ਕਹਿੰਦਾ, ਮੈਂ ਬਾਲ ਸਾਹਿਬ ਤੋਂ ਕਾਂਗਰਸੀ ਈਵਨ ਜਾਖੜ ਸਾਹਿਬ ਅਬੋਹਰ ਵਾਸਤੇ ਫੰਡ ਲੈ ਕੇ ਜਾਂਦੇ ਰਹੇ ਆ। ਫਿਰ ਕੀ ਹੋ ਗਿਆ? ਹੱਕ ਹੈ ਸਰਕਾਰਾਂ ਦਾ, ਸਰਕਾਰ ਸਾਂਝੀ ਜੀ ਮਿਲਕਾ ਸਕਦੇ ਹੱਕ ਜੀ। ਤੁਹਾਡਾ ਵਿਊ ਪੁਆਇੰਟ ਆ ਗਿਆ ਮਲੂਕਾ ਸਾਹਿਬ, ਥੈਂਕ ਯੂ ਵੈਰੀ ਮਚ। ਚਾਹ ਸਾਹਿਬ, ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਆਖਰ ਪਹਿਲਾਂ ਜਿੱਦਾਂ ਮੈਂ ਕਿਹਾ ਕਿ ਕੈਪਟਨ ਅਮਰਿੰਦਰ ਦੀ ਗੱਲ ਕਰ ਲਈਏ, ਹੁਣ ਮਨਪ੍ਰੀਤ ਬਾਦਲ ਦੀ ਗੱਲ ਕਰ ਲਈਏ। ਬਾਦਲਾਂ ਨਾਲ ਮਿਲੇ ਹੋਏ ਦਾ ਦੋਸ਼ ਉਹ ਵੀ ਕਿਸੇ ਸਧਾਰਨ ਵਿਅਕਤੀ ਨੇ ਨਹੀਂ, ਰਾਜਾ ਵੜਿੰਗ ਵੱਲੋਂ ਲਾਇਆ ਗਿਆ ਹੈ। ਤੇ ਮਲੂਕਾ ਸਾਹਿਬ ਦਾ ਕਹਿਣਾ ਹੈ ਕਿ ਤਾਂ ਕਾਂਗਰਸ ਦੀ ਕੁਰਸੀ ਦੀ ਲੜਾਈ ਹੈ, ਬਾਕੀ ਤਾਂ ਜਿਹੜੀ ਬਹਾਨੇਬਾਜ਼ੀਆਂ ਜੀ। ਚਾਲ ਸਾਹਿਬ, ਸਿੱਧੂ ਸਾਹਿਬ ਪਹਿਲੀ ਤਾਂ ਗੱਲ ਇਹ ਹੈਗੀ ਆ, ਮੈਂ ਮੰਨਦਾ ਇਸ ਮਲੂਕਾ ਸਾਹਿਬ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਜਿਹੜੀਆਂ ਗ੍ਰਾਂਟਾਂ ਹੁੰਦੀਆਂ
ਉਹ ਸਰਕਾਰ ਦਿੰਦੀ ਹੈ ਤੇ ਸਰਕਾਰ ਸਾਰਿਆਂ ਦੀ ਹੁੰਦੀ ਹੈ, ਕੋਈ ਇੱਕ ਬੰਦੇ ਦੀ ਨਹੀਂ ਹੁੰਦੀ। ਪਰ ਗੱਲ ਇੱਥੇ ਆ ਜਾਂਦੀ ਆ, ਜਦੋਂ ਸਾਡਾ ਕੋਈ ਕਾਂਗਰਸੀ ਬੰਦਾ ਕਹੇ ਵੀ ਸਾਨੂੰ ਗ੍ਰਾਂਟ ਚਾਹੀਦੀ ਹੈ, ਉਦੋਂ ਤਾਂ ਅਸੀਂ ਹੱਥ ਖੜੇ ਕਰ ਦਿੰਦੇ ਹਾਂ, ਖਜ਼ਾਨਾ ਖਾਲੀ ਆ। ਜਦੋਂ ਮਾਮੇ ਦਾ ਭੋਗ ਹੁੰਦਾ ਉੱਥੇ ਪੈਸੇ ਦਿੱਤੇ ਜਾਂਦੇ ਆ, ਉਦੋਂ ਗ੍ਰਾਂਟ ਆ ਜਾਂਦੀ ਆ। ਜਦੋਂ ਮਾਮੇ ਦੇ ਪਿੰਡ 'ਚ ਜਾਂਦੇ ਆ ਪੱਤਨ ਵਾਲੇ, ਉਦੋਂ ਦੇਣ ਵਾਸਤੇ ਪੈਸਾ ਆ ਜਾਂਦਾ। ਤਾਂ ਰਾਜਾ ਵੜਿੰਗ ਦੇ ਜਿਹੜੇ ਇਲਜ਼ਾਮ ਲਾਉਣੇ ਕਿਤੇ ਨਾ ਕਿਤੇ ਜਾਇਜ਼ ਵੀ ਆ, ਕਿਉਂਕਿ ਰਾਜਾ ਵੜਿੰਗ ਨੇ ਵੀ ਬਹੁਤ ਵਾਰੀ ਇਹ ਗੱਲ ਆਖੀ ਹੈ ਜੀ ਕਿ ਸਾਡੇ ਹਲਕੇ ਨੂੰ ਗ੍ਰਾਂਟਾਂ ਦਿਓ, ਤੇ ਮਨਪ੍ਰੀਤ ਸਿੰਘ ਬਾਦਲ ਉੱਥੇ ਹੱਥ ਖੜੇ ਕਰਕੇ ਆ ਜਾਂਦੇ ਵੀ ਹੈ ਨਹੀਂ ਸਾਡੇ ਕੋਲ। ਜੇ ਅਸੀਂ ਇੱਕ 25-26 ਲੱਖ ਰੁਪਈਆ ਪਿੰਡ ਦੀ ਡਿਵੈਲਪਮੈਂਟ ਵਾਸਤੇ ਨਹੀਂ ਦੇ ਸਕਦੇ ਤਾਂ ਮਾਮੇ ਦਾ ਭੋਗ ਆ ਜਾਂਦਾ। ਕਿਹੜੇ ਸਰਕਾਰ ਇਸ ਬਣਾ ਤੇ ਮਾਮੇ ਨੂੰ ਪੈਸੇ ਦਿੰਨੇ ਆ? ਮਾਮਾ ਕਿਹੜਾ ਉੱਥੇ ਕਾਰਗਿਲ ਦੀ ਲੜਾਈ ਲੜ ਕੇ ਆਇਆ ਸੀ ਵੀ ਉਹਨੂੰ ਅਸੀਂ ਉੱਥੇ ਗੇਟ ਬਣਾਉਣੇ ਉਹਦੇ ਜਾਂ ਯਾਦਗਾਰੀ ਦੇਣੇ ਆ? ਦੂਜਾ ਕਿਤੇ ਨਾ ਕਿਤੇ 10 ਸਾਲ ਦੇ ਵਿੱਚ ਅਕਾਲੀ ਨਾਲ ਕਾਂਗਰਸੀਆਂ ਨੇ ਲੜਾਈ ਲੜੀ ਆ। ਉਸ ਲੜਾਈ ਦੇ ਵਿੱਚ ਮਲੂਕਾ ਸਾਹਿਬ ਬੈਠੇ ਆ, ਹਰੇਕ ਬੰਦੇ ਨੂੰ ਪ੍ਰਾਇੋਰਟੀ ਹੁੰਦੀ ਆ ਜੋ ਪਾਰਟੀ ਦੇ ਵਰਕਰ ਹੁੰਦੇ ਆ ਕਿ ਸਾਡੀ ਸਰਕਾਰ ਆਊਗੀ, ਸਾਡੇ ਪਹਿਲ ਦੇ ਆਧਾਰ ਤੇ ਕੰਮ ਹੋਣਗੇ। ਜਦੋਂ ਕੰਮ ਨਹੀਂ ਹੁੰਦੇ ਤਾਂ ਉਦੋਂ ਨਾ ਕਿਤੇ ਮਾਯੂਸੀ ਇਸ ਗੱਲ ਦੀ ਜ਼ਰੂਰ ਆ ਜਾਂਦੀ ਆ। ਹੁਣ ਤੁਸੀਂ ਇੱਥੇ ਲੰਬੀ ਦੀ ਉਦਾਹਰਨ ਲਾ ਲਓ। ਲੰਬੀ ਦੇ ਵਿੱਚ ਸਾਡਾ ਰੋੜਾਂ ਵਾਲੀ ਮਾਈਨਰ ਹੈ ਇੱਕ, ਉਸ ਮਾਈਨਰ ਦੇ ਉੱਪਰ ਬੈੱਡ ਬਣਾਉਣ ਵਾਲਾ, ਉਸ ਬੈੱਡ ਵਾਸਤੇ ਮੈਂ ਚੀਫ ਸਾਹਿਬ ਨਾਲ ਗੱਲ ਵੀ ਕੀਤੀ, ਮੰਤਰੀ ਸਾਹਿਬ ਨਾਲ ਵੀ ਗੱਲ ਕੀਤੀ। ਉਹ ਕਹਿੰਦੇ ਜੀ 25 ਤੋਂ 30 ਲੱਖ ਰੁਪਏ ਅਸੀਂ ਲਾ ਦਿੰਦੇ ਉਸ ਬੈੱਡ ਦੀ ਰਿਪੇਅਰ ਕਰਨ ਵਾਸਤੇ। ਪਰ ਜੇ ਬੈੱਡ ਰਿਪੇਅਰ ਹੋ ਜਾਂਦਾ ਤੇ ਉਹ 8-9 ਸਾਲ ਤੋਂ ਬਾਅਦ ਉਹਦੇ ਤੇ ਕੋਈ ਕੰਮ ਨਹੀਂ ਹੋਰ ਕਰ ਸਕਦੇ, ਜਿੰਨੇ ਲੱਗ ਗਏ ਉਹਨੇ ਆ। ਉਹ ਕਹਿੰਦੇ ਜੇ ਉਹਦੀ ਰੀਕਨਸਟਰਕਸ਼ਨ ਕਰਾਉਣੀ ਆ ਇਟ ਵਿਲ ਗੋ ਨੀਅਰ ਅਬਾਊਟ 60-70 ਲੱਖ ਰੁਪਇਆ ਲੱਗੂਗਾ ਉਹਨਾਂ ਬੈੱਡਾਂ ਨੂੰ ਬਣਾਉਣ ਨੂੰ। ਤੇ ਅਸੀਂ ਗੱਲ ਕੀਤੀ ਸਰਕਾਰੀਆ ਸਾਹਿਬ ਕੋਲੇ, ਤੇ ਸਰਕਾਰੀਆ ਸਾਹਿਬ ਦੇ ਚੀਫ ਨੇ ਗੱਲ ਕੀਤੀ ਮਨਪ੍ਰੀਤ ਨੂੰ ਪੁੱਛਣਾ ਪਊਗਾ। ਹੁਣ ਅਸੀਂ ਅੱਜ ਜਿੱਥੇ ਲੋਕਾਂ ਦੇ ਰੁਜ਼ਗਾਰ ਦੀ ਗੱਲ ਆ, ਜਿੱਥੇ ਬਾਦਲ ਸਾਹਿਬ ਨੇ ਨੋ ਡਾਊਟ ਬਹੁਤ ਪਾਣੀ ਦਿੱਤਾ ਲੰਬੀ ਹਲਕੇ ਨੂੰ ਸਾਨੂੰ, ਤੇ ਉੱਥੇ ਜੇ ਅੱਜ ਸਾਨੂੰ ਆਪਦੇ ਲੰਬੀ ਹਲਕੇ ਦੇ ਵਿੱਚ ਪਾਣੀ ਦੀ ਲੋੜ ਆ ਜਾਂ ਇਹਨਾਂ ਚੀਜ਼ਾਂ ਨੂੰ ਮੁਹੱਈਆ ਕਰਵਾਉਣ ਦੀ ਲੋੜ ਆ, ਤੇ ਉੱਥੇ ਅਸੀਂ ਹੱਥ ਖੜੇ ਕਰ ਦਈਏ ਜੀ ਬਈ ਫੰਡ ਹੈ ਨਹੀਂ, ਖਜ਼ਾਨਾ ਮੁੱਕ ਗਿਆ। ਇਹ ਕਿੱਥੋਂ ਦਾ ਇੱਕ ਇਨਸਾਫ ਆ? ਸੋ ਗੱਲ ਇਹ ਆ ਵੀ ਜਦੋਂ ਕਹਿ ਦਿੰਦੇ ਆ ਅੰਨਾ, ਇੱਕ ਕਹਾਵਤ ਆ ਵੀ ਅੰਨਾ ਆਪਦਿਆਂ ਨੂੰ ਮੁੜ ਵੰਡੇ ਰਿਉੜੀਆਂ, ਤੇ ਜਿਹੜੇ ਆਪਦੇ ਰਿਸ਼ਤੇਦਾਰ ਆ ਜਾਂ ਆਪਦੇ ਕੋਈ ਪੁਰਾਣੇ ਲਿਹਾਜੀ ਆ ਪੀਪੀ ਦੇ ਬੰਦੇ ਆ ਉਹ ਅਕਾਲੀ ਦਲ 'ਚ ਸ਼ਾਮਲ ਕਰਵਾਏ ਹੋਏ ਆ, ਉਹਨਾਂ ਵਾਰੀ ਤਾਂ ਗਰੰਟ ਆ ਜਾਂਦੀਆਂ। ਜਦੋਂ ਗਿੱਦੜਵੇ ਦੇ ਰਾਜੇ ਵੜਿੰਗ ਹੋਰੀ ਮੰਗਦੇ ਆ ਜਾਂ ਅਸੀਂ ਲੰਬੀ ਦੇ ਵਿੱਚ ਬੈਠੇ ਮੰਗਦੇ ਆ, ਜਿਨ੍ਹਾਂ ਦਾ ਕੋਈ ਵਾਲੀ ਵਾਰਸ ਹੀ ਨਹੀਂ ਇੱਥੇ ਲੰਬੀ ਦੇ ਵਿੱਚ, ਉਦੋਂ ਹੱਥ ਖੜੇ ਕਰ ਦਿੰਦੇ ਨੇ ਸਾਡੇ ਕੋਲ ਤਾਂ ਹੈ ਨਹੀਂ। ਬਿਲਕੁਲ, ਜਿਹੜਾ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਬਣਦੀ ਹੈ ਨੇ ਜੀ। ਚਾਲ ਸਾਹਿਬ ਬਿਲਕੁਲ ਤੁਸੀਂ ਖਰੀਆਂ ਸੁਣਾ ਰਹੇ ਹੋ ਪਾਰਟੀ ਦੇ ਮੁੱਦੇ ਤੇ ਵੀ, ਦਲੇਰਾਨਾ ਕਮੈਂਟਸ ਆ ਤੁਹਾਡੇ। ਪਰ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਨੀਲ ਗਰਗ ਜੀ ਵੀ ਜੁੜੇ ਹੋਏ ਆ। ਗਰਗ ਜੀ, ਇਤਫਾਕ ਦੀ ਗੱਲ ਹੈ ਕਿ ਸਾਰੇ ਜਿਹੜੇ ਮਹਿਮਾਨ ਹੈ ਇਸ ਵੇਲੇ ਪੈਨਲ ਤੇ ਜੁੜੇ ਹੋਏ ਆ ਸਾਰੇ ਮਾਲਵਾ ਨਾਲ ਸੰਬੰਧਿਤ ਹੈ, ਤੁਸੀਂ ਵੀ ਮਾਲਵੇ ਨਾਲ ਹੀ ਸੰਬੰਧਿਤ ਹੋ। ਜੋ ਸਥਿਤੀ ਹੈ ਇਸ ਵੇਲੇ ਬਣੀ ਵੀ ਹੈ, ਮਨਪ੍ਰੀਤ ਬਾਦਲ ਦੀ ਗੱਲ ਕਰਦੇ ਹਾਂ, ਪਰ ਰਾਜਾ ਵੜਿੰਗ ਦੀ ਗੱਲ ਕਰਦੇ ਹਾਂ। ਮਲੂਕਾ ਸਾਹਿਬ ਦਾ ਕਹਿਣਾ ਹੈ ਕਿ ਕੁਰਸੀ ਦੀ ਲੜਾਈ ਹੈ, ਪਰ ਦੂਜੇ ਪਾਸੇ ਚਾਲ ਸਾਹਿਬ ਦਾ ਕਹਿਣਾ ਹੈ ਕਿ ਜਦੋਂ ਇਸ ਤਰ੍ਹਾਂ ਦਾ ਪੱਖਪਾਤ ਨਾਲ ਜਾਂ ਆਪਣਿਆਂ ਨੂੰ ਤੁਸੀਂ ਰੋੜੀਆਂ ਦਿਓਗੇ ਤਾਂ ਇਹ ਸਵਾਲ ਤਾਂ ਉੱਠਣਗੇ। ਜੀ ਗਰਗ ਸਾਹਿਬ। ਦੇਖੋ ਸਿੱਧੂ ਸਾਹਿਬ, ਜੋ ਸਰਦਾਰ ਸਿਕੰਦਰ ਸਿੰਘ ਮਲੂਕਾ ਜੀ ਨੇ ਕਿਹਾ ਉਹਨਾਂ ਦੀ ਗੱਲ ਨਾਲ ਮੈਂ ਕਾਫੀ ਹੱਦ ਤੱਕ ਸਹਿਮਤ ਹੈਗਾ ਕਿ ਜਿਹੜਾ ਵੀ ਕੋਈ ਮੰਤਰੀ ਹੁੰਦਾ ਹੈਗਾ, ਸਰਕਾਰ ਹੁੰਦੀ ਹੈ, ਉਹ ਸਾਰੇ ਲੋਕਾਂ ਦੀ ਹੁੰਦੀ ਹੈ, ਹੋਣੀ ਚਾਹੀਦੀ ਵੀ ਹੈ। ਪਰ ਪਿਛਲੇ ਕੁਝ ਜਾਨੀ ਕਿ ਸਾਲਾਂ ਦੇ ਵਿੱਚ ਅਸੀਂ ਦੇਖਿਆ ਜਿਹੜਾ ਰਾਜਨੀਤੀ ਦਾ ਪੱਧਰ ਇੰਨਾ ਕੁ ਗਿਰ ਗਿਆ ਹੈਗਾ ਜਿਹੜਾ ਕਿ ਉਮੀਦ ਵੀ ਨਹੀਂ ਕੀਤੀ ਜਾ ਸਕਦੀ। ਔਰ ਜਿਹੜੀ ਇਸ ਦੀ ਸ਼ੁਰੂਆਤ ਹੈ ਨਾ ਜਿਹੜੀ, ਉਹ ਅਕਾਲੀ ਦਲ ਨੇ ਕੀਤੀ ਹੈ। ਇਹ ਤਾਂ ਬੱਚਾ ਪਿੰਡ ਦਾ ਜਾਨੀ ਕਿ ਪੰਜਾਬ ਦਾ ਜਾਣਦਾ ਹੈਗਾ ਕਿ ਇਸ ਟਾਈਮ ਜਿਹੜਾ ਹੈਗਾ ਕੈਪਟਨ ਦੀ ਨਹੀਂ ਬਲਕਿ ਬਾਦਲਾਂ ਦੀ ਸਰਕਾਰ ਪੰਜਾਬ ਦੇ ਵਿੱਚ ਚੱਲ ਰਹੀ ਹੈ। ਜਿਹੜੀ ਚੀਜ਼ ਦਾ ਦੋਸ਼ ਅਸੀਂ ਪਿਛਲੇ 4.5 ਸਾਲ ਤੋਂ ਲਗਾ ਰਹੇ ਹਾਂ, ਕਿਉਂਕਿ ਜਦੋਂ ਅਸੀਂ ਪੰਜਾਬ ਦੇ ਵਿੱਚ ਜਿਹੜਾ ਵਰਤਾਰਾ ਹੁੰਦਾ ਦੇਖਦੇ ਹਾਂ, ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅੱਜ ਵੀ ਮਾਫੀਆ ਉਸੇ ਤਰ੍ਹਾਂ ਚੱਲ ਰਿਹਾ ਹੈ, ਜਿਸ ਤਰੀਕੇ ਨਾਲ ਚਾਹੇ ਉਹ ਬਿਜਲੀ ਹੋਵੇ, ਚਾਹੇ ਰੇਤਾ ਬਜਰੀ ਹੋਵੇ, ਚਾਹੇ ਸ਼ਰਾਬ ਮਾਫੀਆ ਹੋਵੇ, ਟਰਾਂਸਪੋਰਟ ਮਾਫੀਆ ਹੋਵੇ, ਉਸ ਨੂੰ ਅੱਜ ਤੱਕ ਨੱਥ ਨਹੀਂ ਪਾ ਸਕੇ। ਔਰ ਇਸ ਦੇ ਬਾਵਜੂਦ ਕਿ ਕੈਪਟਨ ਸਾਹਿਬ ਨੇ ਜਾਨੀ ਕਿ ਗੁਟਕਾ ਸਾਹਿਬ ਵੀ ਸਹੁੰ ਚੁੱਕੀ ਸੀ, ਔਰ ਗੁਟਕਾ ਸਾਹਿਬ ਦਾ ਜੋ ਸਤਿਕਾਰ ਪੰਜਾਬੀ ਲੋਕਾਂ ਦੇ ਮਨਾਂ ਵਿੱਚ ਹੈ, ਜਾਂ ਉਹ ਲੋਕ ਜਿਹੜੇ ਗੁਰੂ ਸਾਹਿਬ ਦੇ ਵਿੱਚ ਆਸਥਾ ਰੱਖਦੇ ਉਹਨਾਂ ਦੇ ਮਨਾਂ ਵਿੱਚ ਹੈ, ਉਹਨਾਂ ਨੂੰ ਬਹੁਤ ਜ਼ਰੂਰੀ ਠੇਸ ਵੀ ਇਸ ਚੀਜ਼ ਦੀ ਪਹੁੰਚੀ। ਪਰ ਇਸ ਦੀ ਪੁਸ਼ਟੀ ਤੇ ਕੱਲ ਜਦੋਂ ਨਰੇਸ਼ ਗੁਜਰਾਲ ਜੀ ਨੇ, ਜਿਹੜੇ ਇਹਨਾਂ ਦੇ ਅਕਾਲੀ ਦਲ ਦੇ ਬਹੁਤ ਵੱਡੇ ਲੀਡਰ ਨੇ, ਅੱਜ ਅਸੀਂ ਤਾਂ ਸਿਰਫ ਦੋਸ਼ ਲਾਉਂਦੇ ਸੀ ਨਾ, ਉਹਨਾਂ ਨੇ ਤਾਂ ਇਸ ਗੱਲ ਦੀ ਪੁਸ਼ਟੀ ਕਰਤੀ ਕਿ 2017 ਦੇ ਵਿੱਚ ਜਦੋਂ ਅਕਾਲੀ ਦਲ ਅਤੇ ਕਾਂਗਰਸ ਬਿਲਕੁਲ ਹਾਰ ਰਹੇ ਸੀ, ਈਵਨ ਜਿਹੜੀ ਬੀਜੇਪੀ ਹੈ ਜਿਹੜੀ ਕਿ ਅਕਾਲੀ ਦਲ ਦੀ ਭਾਈਵਾਲੀ ਸੀ ਉਸ ਵਕਤ, ਅੱਜ ਭਾਵੇਂ ਇਹਨਾਂ ਦੀ ਭਾਈਵਾਲੀ ਟੁੱਟ ਗਈ ਹੈ, ਉਹਨਾਂ ਨੇ ਕਹਿ ਕੇ ਆਪਣੀਆਂ ਵੋਟਾਂ ਜਿਹੜੀਆਂ ਉਹ ਕਾਂਗਰਸ ਨੂੰ ਪਵਾਈਆਂ ਸੀ। ਤਾਂ ਹੋ ਸਕਦਾ ਉਸ ਟਾਈਮ ਤੇ ਅਕਾਲੀ ਦਲ ਦੇ ਨੂੰ ਵੀ ਉਹਨਾਂ ਨੇ ਆਖਿਆ ਹੋਵੇ ਕਿ ਉਹਨਾਂ ਨੇ ਵੀ ਵੋਟਾਂ ਆਪਣੀਆਂ ਟਰਾਂਸਫਰ ਜਿਹੜੀਆਂ ਉਹ ਕਾਂਗਰਸ ਨੂੰ ਕੀਤੀਆਂ ਹੋਣ। ਔਰ ਦੂਸਰੀ ਗੱਲ ਜਿੱਥੋਂ ਤੱਕ ਇਹ ਹੈਗੀ ਹੈ, ਇੱਕ ਚੀਜ਼ ਮੈਂ ਦੱਸ ਦਿਆਂ, ਜਿਹੜੀ ਕੈਪਟਨ ਰਾਜਾ ਵੜਿੰਗ ਅੱਜ ਕਹਿ ਰਹੇ ਨੇ
ਇਹ ਕੋਈ ਨਵਾਂ ਵਰਤਾਰਾ ਹੈਗਾ? ਇਹ ਅੱਜ 4.5 ਸਾਲਾਂ ਪਿੱਛੋਂ ਕਿਉਂ ਬੋਲ ਰਹੇ ਨੇ? ਅੱਜ ਕੁਲਵੀਰ ਜੀਰਾ, ਸੁਖਜਿੰਦਰ ਰੰਧਾਵਾ ਜਾਂ ਰਵਨੀਤ ਬਿੱਟੂ ਅੱਜ ਇਹਨਾਂ ਦੇ ਟਵੀਟ ਨੂੰ ਜਿਹੜੇ ਰੀਟਵੀਟ ਕਰ ਰਹੇ ਨੇ, ਉਹ ਅੱਜ ਕਿਉਂ ਬੋਲ ਰਹੇ ਨੇ? ਕੀ ਇਹ ਕੋਈ ਨਵਾਂ ਵਰਤਾਰਾ ਹੈਗਾ? ਕੀ ਇਹਨਾਂ ਨੂੰ ਪਤਾ ਨਹੀਂ ਸੀ? ਜੇ ਇਹਨਾਂ ਨੂੰ ਨਹੀਂ ਪਤਾ ਸੀ ਤਾਂ ਫਿਰ ਇਹ ਮੰਤਰੀ ਕਾਹਦੇ ਵਾਸਤੇ ਜਦੋਂ ਉਹਨੂੰ ਪੰਜਾਬ ਦੀ ਨਬਜ਼ ਨਹੀਂ ਪਤਾ? ਜੇ ਪਤਾ ਹੋਣ ਦੇ ਬਾਵਜੂਦ ਨਹੀਂ ਬੋਲੇ, ਇਹਦਾ ਮਤਲਬ ਇਹ ਲੜਾਈ ਕੁਝ ਹੋਰ ਹੈ। ਜਿਹੜੀ ਮਲੂਕਾ ਸਾਹਿਬ ਕਹਿ ਰਹੇ ਲੜਾਈ ਇਹ ਕੁਰਸੀ ਦੀ ਹੈਗੀ ਹੈ, ਚਾਹੇ ਉਹ ਆਪਣੇ ਨਵਜੋਤ ਸਿੰਘ ਸਿੱਧੂ ਹੋਣ, ਚਾਹੇ ਉਹ ਰਾਜਾ ਵੜਿੰਗ ਹੋਣ। ਜਿਸ ਤਰੀਕੇ ਦੀ ਆਪਸ ਦੇ ਵਿੱਚ ਲੜਾਈ ਜਿਹੜੀ ਹੈ ਕਾਂਗਰਸ ਦੇ ਵਿੱਚ ਇਸ ਵਕਤ ਚੱਲ ਰਹੀ ਹੈਗੀ ਹੈ, ਉਸੇ ਲੜਾਈ ਦੇ ਵਿੱਚ ਦੂਸਰੇ ਬੰਨੇ ਜਿਹੜਾ ਕੈਬਨਿਟ ਦੇ ਵਿੱਚ ਫੇਰਬਦਲ ਹੋਣ ਵਾਲਾ ਹੈਗਾ ਅਗਲੇ 1-2 ਦਿਨਾਂ ਦੇ ਵਿੱਚ ਹੀ, ਔਰ ਉਹ ਇਸ ਤਰੀਕੇ ਦਾ ਪ੍ਰੈਸ਼ਰ ਕ੍ਰੀਏਟ ਕਰਕੇ ਹੋ ਸਕਦਾ ਇਹ ਉੱਥੇ ਆਪਣੀ ਕੁਰਸੀ ਪੱਕੀ ਕਰਨੀ ਚਾਹੁੰਦੇ। ਹੁਣ ਇੱਕ ਗੱਲ ਮੈਂ ਹੋਰ ਲਾਸਟ ਕਹਿਣੀ ਚਾਹੁੰਦਾ, ਇੱਕ ਗੱਲ ਕਹਿਣੀ ਚਾਹੁੰਦਾ ਹੋਰ, ਕਿ ਮੈਨੂੰ ਇਹ ਨਹੀਂ ਪਤਾ ਜਾਨੀ ਕਿ ਸਾਡੇ ਚਾਹਲ ਸਾਹਿਬ ਨੇ, ਜਿਹੜੇ ਚਾਹਲ ਸਾਹਿਬ ਨੇ ਉਹ ਰਾਜਾ ਵੜਿੰਗ ਦੇ ਜਾਨੀ ਕਿ ਸਪੋਕਸਪਰਸਨ ਦੇ ਤੌਰ ਤੇ ਇੱਥੇ ਬੈਠੇ ਆ ਜਾਂ ਕਾਂਗਰਸ ਦੇ ਸਪੋਕਸਪਰਸਨ ਦੇ ਤੌਰ ਤੇ ਬੈਠੇ ਆ। ਸੋ ਮੇਰਾ ਕਹਿਣ ਦਾ ਮਤਲਬ ਹੈ ਇੱਥੇ ਇਹਨਾਂ ਦੇ 2 ਸਪੋਕਸਪਰਸਨ ਬੁਲਾਇਆ ਕਰੋ ਤੁਸੀਂ। ਅੱਜ ਕੱਲ੍ਹ ਤੁਸੀਂ 2 ਸਪੋਕਸਪਰਸਨ ਬੁਲਾਇਆ ਕਰੋ ਕਾਂਗਰਸ ਦੇ। जी गर्ग साहब जो है, गर्ग साहब ये पार्टियां ने फैसला करना है, पार्टियां ने फैसला करना है जी। मलूका साहब जी, मैं मलूका जी, मैं सब दे कमेंट ले लो मलूका जी ना जी। हाँ, गल ये है, मैं गर्ग साहब 2 मिनट मलूका साहब प्लीज, मलूका साहब प्लीज ਲੈ ਲਓ ਕੋਈ ਨਾ। 10 ਸਾਲ गर्ग साहब ਛਿੱਤਰ ਖਾਦੇ ਆ। 10 ਸਾਲ ਦੀਆਂ ਲੜਾਈਆਂ ਨਾ, ਮਨਪ੍ਰੀਤ ਤੇ ਮਨਪ੍ਰੀਤ ਦਾ ਬਾਪ ਗੁਰਦਾਸ ਬਾਦਲ ਤਾਂ ਪਹਿਲਾਂ ਢੋਈ ਕਟਾਈ ਗਿਆ ਲੰਬੀ ਚ ਬੈਠਾ ਇੱਥੇ ਕਾਂਗਰਸੀ ਵਰਕਰਾਂ ਦੀ, ਫਿਰ ਮਨਪ੍ਰੀਤ ਕਟਾਈ ਗਿਆ ਇੱਥੇ ਬੈਠਾ ਗਿੱਦੜਵੇ ਚ ਵਰਕਰਾਂ ਦੀ ਗੱਲ ਕਰਦਾ ਮੈਂ, ਰਾਜੇ ਵੜਿੰਗ ਦੀ ਗੱਲ ਨਹੀਂ ਕਰਦਾ। ਨਾ ਰਾਣੇ ਚਾਹਨੇ ਅੱਜ ਤੱਕ ਕਿਸੇ ਦੀ ਕੀਤੀ ਆ ਤੇ ਨਾ ਹੀ ਹੁੰਦੀ ਆ। ਰਾਜਨੀਤੀ ਕਰਨਾ ਹੈ, ਸੱਚਾਈ ਤੇ ਕਰਨਾ ਹੈ, ਕਾਡਰ ਦੀ ਗੱਲ ਕਰਾਂਗੇ। ਤੁਹਾਡੇ ਵਾਂਗੂ ਨਹੀਂ ਵੀ ਉੱਥੇ ਪਿੱਛੇ ਖੜ ਕੇ ਜੇ ਕੇਜਰੀਵਾਲ ਨੇ ਜਿੰਦਾਬਾਦ ਕਹਿਤਾ ਤਾਂ ਪਿੱਛੇ ਹੱਥ ਖੜੇ ਜਿੰਦਾਬਾਦ, ਜਿੰਦਾਬਾਦ ਨਹੀਂ ਕਹਿਆ ਵੀ ਜਿੰਦਾਬਾਦ ਨਹੀਂ। ओके मलूका साहब ਸਿੱਧੂ ਸਾਹਿਬ, ਮੈਂ ਸਾਡੇ ਤਾਂ ਬੱਚਿਆਂ ਵਰਗੇ ਛੋਟੇ ਨੇ, ਮੈਂ ਇਹਨਾਂ ਨੂੰ ਇੱਕ ਬੇਨਤੀ ਕਰਦਾ, ਮੰਤਰੀ ਸਭ ਦੇ ਹੁੰਦੇ ਨੇ। ਮੁੱਖ ਮੰਤਰੀ ਜੀ ਲੰਬੀ ਤੋਂ ਚੋਣ ਲੜੇ ਨੇ, ਇਹ ਕਹਿੰਦੇ ਨੇ ਵੀ ਸਾਨੂੰ ਇੱਕ ਨਹਿਰ ਤੇ ਰੋਡਾਂ ਵਾਲੀ ਮੈਨਰ ਦੇ ਉੱਤੇ ਪੈਸੇ ਨਹੀਂ ਲੱਖ ਰੁਪਇਆ ਲੱਗਦਾ ਸੀ। ਮੈਂ ਹੁਣ ਲਫ਼ਜ਼ ਫਿਰ ਕੀ ਬੋਲਾਂ ਇਸ ਗੱਲ ਦੇ ਉੱਤੇ? ਮੁੱਖ ਮੰਤਰੀ ਲੰਬੀ ਤੋਂ ਚੋਣ ਲੜਿਆ ਹੋਵੇ ਤੇ 20 ਲੱਖ ਰੁਪਇਆ ਮੈਨਰ ਵਾਸਤੇ ਚਹਿਲ ਨੂੰ ਦੇਵੇ ਨਾ, ਛੱਡ ਦਿਓ ਮਨਪ੍ਰੀਤ, ਪਾਸੇ ਕੱਢ ਦਿਓ ਮਨਪ੍ਰੀਤ ਨੂੰ। ਵੈਸੇ ਤਾਂ ਜਿਹੜਾ ਵਜ਼ੀਰ ਤੁਹਾਡੀਆਂ ਪਾਲਿਸੀਆਂ ਮੁਤਾਬਕ ਨਹੀਂ ਚੱਲਦਾ ਜਾਂ ਜਿਹੜਾ ਕਾਂਗਰਸ ਦੀਆਂ ਪਾਲਿਸੀਆਂ ਦੇ ਮੁਤਾਬਕ ਨਹੀਂ ਚੱਲਦਾ, ਉਹਨੂੰ ਬਦਲ ਦਿਓ। ਫਿਰ ਤੁਸੀਂ ਰੌਲਾ ਪਾਈ ਜਾਂਦੇ ਆ, 4.5 ਸਾਲਾਂ ਦੇ ਪਿੱਟੀ ਜਾਂਦੇ ਆ, ਹੁੰਦਾ ਤਾਂ ਥੋਤੋਂ ਕੱਖ ਹੈ ਨਹੀਂ। ਬਦਲ ਦਿਓ ਮੁੱਖ ਮੰਤਰੀ ਨੂੰ ਫਿਰ, ਜੇ ਤੁਹਾਡਾ ਨਹੀਂ ਠੀਕ ਚੱਲਦਾ। ਜੇ ਵਜ਼ੀਰ ਤੁਹਾਡੇ ਆਖੇ ਨਹੀਂ ਲੱਗਦਾ ਤੇ ਵਜ਼ੀਰ ਬਦਲ ਦਿਓ। ਕਿਉਂ ਵਜ਼ੀਰ ਨੂੰ ਰੱਖਿਆ ਤੁਸੀਂ ਜੇ ਦੂਜਿਆਂ ਦੀ ਗੱਲਾਂ ਕਰਦਾ? ਸੋ ਮੁੱਖ ਮੰਤਰੀ, ਇੱਕ ਮਿੰਟ ਸਿੱਧੂ ਸਾਹਿਬ, ਮੁੱਖ ਮੰਤਰੀ ਕੋਲੇ ਚਹਿਲ ਸਾਹਿਬ ਬਹੁਤ ਫੰਡ ਹੁੰਦੇ ਨੇ ਸਿੱਧੇ, ਜਿੰਨਾ ਫੰਡ ਕੱਲੇ ਮੁੱਖ ਮੰਤਰੀ ਕੋਲੇ ਤੇ ਹਰੇਕ ਵਜ਼ੀਰ ਕੋਲੇ 3 ਕਰੋੜ ਰੁਪਇਆ ਹੁੰਦਾ ਸਾਲ ਦਾ ਦੇਣ ਦਾ, ਜਿੱਥੇ ਮਰਜ਼ੀ ਪੰਜਾਬ ਚ ਕੀ ਹਰਿਆਣੇ ਚ ਵੀ ਦੇ ਸਕਦਾ, ਹਿਮਾਚਲ ਚ ਵੀ ਦੇ ਸਕਦਾ। ਤੁਸੀਂ ਕਿਸੇ ਹੋਰ ਵਜ਼ੀਰ ਤੋਂ ਲੈ ਲੈਂਦੇ, ਜੋ ਨਹੀਂ ਸੀ ਦਿੰਦਾ। ਮੈਂ ਸੋ ਇਸ ਕਰਕੇ ਇਹ ਛੋਟੀਆਂ ਗੱਲਾਂ ਨੇ। ਮੇਰਾ ਮਤਲਬ ਜਿਹੜੀ ਸਰਕਾਰਾਂ ਹੁੰਦੀਆਂ ਨੇ, ਜੇ ਕਿਤੇ 20-30 ਲੱਖ ਰੁਪਇਆ ਮਨਪ੍ਰੀਤ ਨੇ ਦੇ ਵੀ ਦਿੱਤਾ, ਮੇਰਾ ਮਤਲਬ ਸਾਡਾ ਕੋਈ ਤਲਕ ਨਹੀਂ, ਸਾਡੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਦਿੱਤਾ, ਸਾਡੇ ਕਿਸੇ ਦੋਸਤ ਨੂੰ ਨਹੀਂ ਦਿੱਤਾ। ਉਹਨੇ ਆਪਦੇ, ਤੁਸੀਂ ਕਹਿੰਦੇ ਇੱਕ ਮਿੰਟ ਸਿੱਧੂ ਸਾਹਿਬ, ਨਾਨਕੀ ਦੇਤਾ ਜਾਂ ਹੋਰ, ਚਲੋ ਜੇ ਦੇਤਾ ਯਾਰ 20-30 ਲੱਖ ਰੁਪਇਆ ਕੋਈ ਸਰਕਾਰਾਂ ਵਾਸਤੇ, ਕੋਈ ਵੱਡੀਆਂ ਗੱਲਾਂ ਨਹੀਂ ਹੁੰਦੀਆਂ। ਤੁਸੀਂ ਵੀ ਛੋਟੀਆਂ ਗੱਲਾਂ 'ਚ ਛੋਟਾ ਦਿਲ ਨਾ ਕਰੋ। ਤੁਸੀਂ ਜਿੱਥੇ ਲੋੜ ਆ ਲੰਬੀ ਹਲਕੇ ਦੀ ਖਾਤਰ ਮੁੱਖ ਮੰਤਰੀ ਵੋਟ ਮੰਗੋ, ਤੁਹਾਡਾ ਰਾਈਟ ਹੈ। ਦੂਜੀ ਗੱਲ, ਇੱਕ ਮਿੰਟ ਸਿੱਧੂ ਸਾਹਿਬ, ਗਰਗ ਸਾਹਿਬ ਜਿਹੜੀ ਗੱਲ ਹੈਗੀ, ਵੇਖੋ 17 ਦੀ ਗੁਜਰਾਲ ਸਾਹਿਬ ਦੀ ਅੱਜ, ਇਹ ਗੱਲ ਸਾਡੇ ਤੇ ਨਹੀਂ ਲਾਗੂ ਹੋ ਸਕਦੀ। ਅਸੀਂ ਤਾਂ ਮਰੇ ਪਏ ਵੀ ਕਾਂਗਰਸ ਨੂੰ ਵੋਟ ਨਹੀਂ ਪਾਉਂਦੇ। ਜੋ ਸਾਡੇ ਨਾਲ ਇਹਨਾਂ ਨੇ 84, ਜੋ ਸਾਡੇ ਨਾਲ ਇਹਨਾਂ ਨੇ ਦਿੱਲੀ ਕੀ, ਅਸੀਂ ਤਾਂ ਸੋਚੋ ਵੀ ਨਾ ਕਦੇ ਪਾ ਦਿਆਂਗੇ। ਨੁਕਸਾਨ ਤੁਹਾਡਾ ਨਹੀਂ ਹੋਇਆ, ਨੁਕਸਾਨ ਸਾਡਾ ਹੋਇਆ। ਜੇ ਬੀਜੇਪੀ ਨੇ ਵੋਟਾਂ ਕਾਂਗਰਸ ਨੂੰ ਪਾਤੀਆਂ, ਜਿਹੜਾ ਤੁਸੀਂ ਕਿਹਾ ਜਾਂ ਗੁਜਰਾਲ ਦੀ ਤੁਸੀਂ ਉਦਾਹਰਨ ਦਿੰਦੇ ਆ, ਉਹ ਤਾਂ ਗੁਜਰਾਲ ਜੀ ਨੂੰ ਪਤਾ ਹੋਊਗਾ। ਜੇ ਪਾਤੀਆਂ ਉਹ ਪੈਣੀਆਂ ਕਿਹਨੂੰ ਸੀ? ਸਾਨੂੰ ਪੈਣੀਆਂ ਸੀ, ਤੁਹਾਨੂੰ ਤਾਂ ਪੈਣੀਆਂ ਨਹੀਂ ਸੀ। ਫਿਰ ਨੁਕਸਾਨ ਪਹਿਲਾਂ ਕਾਂਗਰਸ ਨੂੰ ਹੋ ਗਿਆ, ਨੁਕਸਾਨ ਸਾਡਾ ਹੋ ਗਿਆ। ਤੁਹਾਡੀਆਂ ਤਾਂ ਇੰਨੀਆਂ ਜਿਹੜੀਆਂ ਸੀ, ਤੁਹਾਡੀ ਨਹੀਂ ਸੀ ਕੋਈ ਵਧਣੀ, ਸਾਡੀਆਂ ਵਧਣੀਆਂ। ਓਕੇ, ਵਿਊ ਪੁਆਇੰਟ ਆ ਗਿਆ ਸਾਡੇ ਨਾਲ। ਮੈਂ ਰਾਣਾ ਜੀ ਆ ਰਿਹਾ, ਨਰਪਿੰਦਰ ਧਾਲੀਵਾਲ ਮਾਲਵਾ ਦੇ ਸੀਨੀਅਰ ਜਰਨਲਿਸਟ ਸਾਡੇ ਨਾਲ ਜੁੜੇ ਹੋਏ, ਮੈਂ ਉਹਨਾਂ ਦੇ ਕਮੈਂਟਸ ਵੀ ਲੈਣਾ ਚਾਹੁੰਦਾ ਹਾਂ। ਨਰਪਿੰਦਰ ਜੀ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਸਿੱਧੂ ਸਾਹਿਬ, ਬਿਲਕੁਲ ਜੀ। ਨਰਪਿੰਦਰ ਜੀ, ਤੁਸੀਂ ਬਾਕੀ ਮਹਿਮਾਨਾਂ ਦੇ ਕਮੈਂਟਸ ਵੀ ਸੁਣੇ ਆ, ਤੁਸੀਂ ਮਾਲਵੇ ਤੋਂ ਕਵਰ ਕਰ ਰਹੇ ਹੋ, ਵੱਡੇ ਅਖਬਾਰ ਨਾਲ ਜੁੜੇ ਹੋਏ ਹੋ। ਹੁਣ ਇਸ ਵੇਲੇ ਜਿਹੜਾ ਮਾਮਲਾ ਆਇਆ, ਗੱਲ ਕਰਦੇ ਆਪਾਂ ਮਨਪ੍ਰੀਤ ਬਾਦਲ ਦੀ ਤੇ ਬਾਦਲਾਂ ਨਾਲ ਸੰਬੰਧਾਂ ਨੂੰ ਲੈ ਕੇ,
ਕੀ ਲੱਗਦਾ ਕਿ ਚਾਚਾ ਤੇ ਭਤੀਜਾ ਮੁੜ ਇਕੱਠੇ ਹੋਣ ਲੱਗੇ ਐ? ਕੋਈ ਲੱਗਦੀ ਇਹੋ ਜਿਹੀ ਗੱਲ ਜਾਂ ਰਾਜਸੀ ਦੋਸ਼ ਹੈ ਸਰ? ਦੇਖੋ ਸਿੱਧੂ ਸਾਹਿਬ, ਜਿਹੜਾ ਰਾਜਾ ਵੜਿੰਗ ਦਾ ਟਵੀਟ ਆਇਆ ਨਾ, ਉਹਨਾਂ ਨੇ ਬੜਾ ਸਾਫ਼ ਕਿਹਾ ਵੀ 75-25 ਵਾਲੀ ਜਿਹੜੀ ਤੁਹਾਡੀ ਖੇਡ ਹੈ ਨਾ ਹੁਣ ਮਨਪ੍ਰੀਤ ਬਾਦਲ ਸਾਹਿਬ, ਵੀ ਇਹ ਹੁਣ ਸਾਡੀ ਸਮਝ ਚ ਆ ਗਈ ਹੈਗੀ ਹੈ ਜੀ। ਪਰ ਇਹ ਕਿਸੇ ਤੋਂ ਦੇਖੋ ਸਿੱਧੂ ਸਾਹਿਬ ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਪ੍ਰਕਾਸ਼ ਸਿੰਘ ਬਾਦਲ ਤੇ ਗੁਰਦਾਸ ਸਿੰਘ ਬਾਦਲ ਦੋ ਸਕੇ ਭਰਾ ਨੇ, ਤੇ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਦੇ ਵਿੱਚ ਫੜ ਕੇ ਜਾਂ ਉਹਨਾਂ ਦੀ ਉਂਗਲੀ ਫੜ ਕੇ ਮਨਪ੍ਰੀਤ ਬਾਦਲ ਨੇ ਰਾਜਨੀਤੀ 'ਚ ਪੈਰ ਰੱਖਿਆ। ਤੇ ਜਦੋਂ 1995 ਦੀ ਵਾਈ ਇਲੈਕਸ਼ਨ ਹੋਈ ਤਾਂ ਪੰਜਾਬ ਦਾ ਜਿਹੜਾ ਧਾਕੜ ਮੁੱਖ ਮੰਤਰੀ ਸੀ ਉਹ ਉੱਥੇ ਬੈਠਾ ਰਿਹਾ, ਲੇਕਿਨ ਜਿਹੜੀ ਵਾਈ ਇਲੈਕਸ਼ਨ ਹੈ ਉਹ ਮਨਪ੍ਰੀਤ ਬਾਦਲ ਉੱਥੋਂ ਗਿੱਦੜਬਾਹਾ ਤੋਂ ਜਿੱਤ ਗਿਆ। ਬਿਲਕੁਲ ਠੀਕ। 1997 2002 2007 ਤੱਕ ਜਿਹੜੀਆਂ ਇਲੈਕਸ਼ਨਾਂ ਮਨਪ੍ਰੀਤ ਨੇ ਗਿੱਦੜਬਾਹੇ ਤੋਂ ਲੜੀਆਂ ਨੇ ਜੀ। ਉਸ ਤੋਂ ਬਾਅਦ ਜਦੋਂ ਇਹਨੂੰ ਫਾਈਨੈਂਸ ਮਿਨਿਸਟਰ ਬਣਾ ਦਿੱਤਾ ਗਿਆ ਮਨਪ੍ਰੀਤ ਨੂੰ, ਤਾਂ 2010 ਦੇ ਵਿੱਚ ਜਦੋਂ ਅਕਾਲੀ ਦਲ ਦੇ ਜਿਹੜੇ ਛੋਟੇ ਬਾਦਲ ਸਾਹਿਬ ਨੇ ਉਹਨਾਂ ਨਾਲ ਇਹਨਾਂ ਦੇ ਮਤਭੇਦ ਸਾਹਮਣੇ ਆਉਣ ਲੱਗੇ, ਤਾਂ ਇਹਨਾਂ ਨੇ ਆਪਦੀ ਇੱਕ ਵੱਖਰੀ ਪਾਰਟੀ ਬਣਾ ਲਈ, ਪੀਪਲਜ਼ ਪਾਰਟੀ ਆਫ ਪੰਜਾਬ, ਜਿਹੜੀ ਕਿ 2010 ਤੋਂ 2015 ਤੱਕ ਰਹੀ। ਤੇ ਉਸ ਤੋਂ ਬਾਅਦ ਮਨਪ੍ਰੀਤ ਜੀ ਤੇ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਫਿਰ ਫਾਈਨੈਂਸ ਮਿਨਿਸਟਰ ਬਣ ਜਾਂਦੇ, ਜਿਹੜੇ ਕਿ ਹੁਣ ਤੱਕ ਜਾਰੀ ਨੇ। ਦੇਖੋ ਇੱਕ ਗੱਲ ਬੜੀ ਸਾਫ਼ ਹੈ ਕਿ ਉਸ ਟਾਈਮ ਇਹਨਾਂ ਦੀ ਟਕਰਾਅ ਵਾਲੀ ਸਥਿਤੀ ਬਣੀ ਰਹੀ, ਪਰ ਜਦੋਂ ਦਾਸ ਸਾਹਿਬ ਸਵਰਗ ਸੁਧਾਰੇ ਆ ਉਸ ਤੋਂ ਪਹਿਲਾਂ ਜਿਹੜੀਆਂ ਚਰਚਾਵਾਂ ਨੇ ਜਾਂ ਜਿਵੇਂ ਹੁਣ ਜਿਹੜੀਆਂ ਚਰਚਾਵਾਂ ਜਨਮ ਲੈ ਰਹੀਆਂ ਨੇ, ਇਹ ਹੈ ਕਿ ਜਿਹੜੇ ਸ਼ਰੀਕੇ ਵਾਲੇ ਭਾਈ ਹੈ ਜਾਂ ਜਿਹੜਾ ਆਪਸੀ ਸ਼ਰੀਕ ਹੈ ਕਿ ਇਹ ਇਕੱਠਾ ਹੋ ਗਿਆ ਹੈਗਾ। ਰਾਜਨੀਤਿਕ ਤੌਰ ਤੇ ਤਾਂ ਪਤਾ ਨਹੀਂ ਇਕੱਠਾ ਹੋ ਗਿਆ ਹੈਗਾ ਕਿ ਨਹੀਂ ਹੈਗਾ, ਲੇਕਿਨ ਸਿਆਸੀ ਸ਼ਰੀਕਾ ਜਿਹੜਾ ਇਹਨਾਂ ਦਾ ਹੈਗਾ ਉਹਦੀਆਂ ਇਕੱਠੇ ਹੋਣ ਦੀਆਂ ਖਬਰਾਂ ਨੇ। ਤੇ ਉਸ ਟਾਈਮ ਜਿਹੜਾ ਪਰਿਵਾਰ ਦੇ ਵਿੱਚ ਜਿਹੜੀ ਆ ਹਰਸਿਮਰਤ ਕੌਰ ਬਾਦਲ ਦੀ, ਸੁਖਬੀਰ ਬਾਦਲ ਦੀ ਬੜੀ ਮੁੱਖ ਭੂਮਿਕਾ ਰਹੀ ਹੈ, ਤੇ ਉਸ ਟਾਈਮ ਤੋਂ ਜਿਹੜਾ ਇਹਨਾਂ ਦੇ ਆਪਸੀ ਸੰਬੰਧ ਜਿਹੜੇ ਹੈਗੇ ਨੇ ਸਖਾਵੇਂ ਨੇ। ਇਹ ਵੀ ਪਤਾ ਲੱਗਿਆ ਵੀ ਮਨਪ੍ਰੀਤ ਦੀ ਤਰ੍ਹਾਂ ਹੁਣ ਮਨਪ੍ਰੀਤ ਦਾ ਜਿਹੜਾ ਕਾਕਾ ਹੈ ਅਰਜਨ ਸਿੰਘ ਬਾਦਲ, ਉਹ ਵੀ ਆਪਦੇ ਦਾਦੇ ਪ੍ਰਕਾਸ਼ ਸਿੰਘ ਬਾਦਲ ਤੋਂ ਰਾਜਨੀਤਿਕ ਗੁੜਤੀਆਂ, ਰਾਜਨੀਤਿਕ ਸਿੱਖਿਆ, ਜਿਹੜੀ ਰਾਜਨੀਤਿਕ ਗੁੜਤੀ ਹੁੰਦੀ ਹੈ, ਰਾਜਨੀਤਿਕ ਸਿੱਖਿਆ ਕਹਿ ਲਓ ਵੀ ਉਹ ਲੈਣ ਦੇ ਵੀ ਸਮਾਚਾਰ ਨੇ। ਦੇਖੋ ਇਹ ਪੱਖ ਤਾਂ ਹੈਗਾ ਇੱਕ, ਇਹ ਵੀ ਇਹ ਜਿਹੜਾ ਹੈਗਾ ਪਰਿਵਾਰਕ ਜਿਹੜੇ ਇਹਨਾਂ ਦੇ ਸੰਬੰਧ ਨੇ ਉਹ ਥੋੜੇ ਬਹੁਤੇ ਸਖਾਵੇਂ ਹੋਏ ਨੇ ਕਿਸੇ ਨਾ ਕਿਸੇ ਸਟੇਜ ਤੇ, ਜਿਹੜੀ ਚਰਚਾ ਲੋਕਾਂ ਦੇ ਵਿੱਚ। ਜਿਹੜੀ ਹੈਗੀ ਰਾਜਨੀਤਿਕ ਮਾਮਲਿਆਂ ਦੀ ਗੱਲ ਹੈ, ਰਾਜਨੀਤਿਕ ਮਾਮਲਿਆਂ 'ਚ ਵੀ ਪਿਛਲੇ ਸਮੇਂ ਤੋਂ ਦੇਖੋ ਗੱਲ ਤਾਂ ਉੱਪਰ ਕੇ ਸਾਹਮਣੇ ਆ ਹੀ ਰਹੀ ਹੈ ਵੀ ਅਕਾਲੀ ਦਲ ਦੀ ਤੇ ਕੈਪਟਨ ਅਮਰਿੰਦਰ ਦੀ ਕਿਤੇ ਨਾ ਕਿਤੇ ਮਾੜੀ ਮੋਟੀ ਜਿਹੜੀ ਗੰਢ ਧੁੱਪ ਹੈਗੀ ਹੈ ਉਹ ਬਣੀ ਹੋਈ ਹੈ। ਇਸੇ ਕਰਕੇ ਜਿਹੜੇ ਬਹੁਤ ਸਾਰੇ ਮਾਮਲੇ ਨੇ ਉਹ ਅਕਾਲੀ ਦਲ ਤੇ ਦੋਸ਼ ਵੀ ਲੱਗ ਰਹੇ ਨੇ ਵੀ ਜਿਹੜਾ ਹੈਗਾ ਅਕਾਲੀਆਂ ਦਾ ਰਾਜ ਹੈ ਜੀ, ਪੰਜਾਬ ਦੀ ਬਿਊਰੋਕ੍ਰੇਸੀ ਅਕਾਲੀਆਂ ਦੀ ਮੰਨਦੀ ਹੈ ਜੀ। ਪਰ ਜੇ ਮੰਨ ਲਓ ਦੋਸ਼ ਲੱਗ ਰਹੇ ਨੇ ਤਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਫਰਜ਼ ਵੀ ਬਣਦਾ ਵੀ ਉਹ ਜਿੱਥੇ ਕਿਤੇ ਉਹਨਾਂ ਦੇ ਵਰਕਰ ਜਾਂ ਉਹਨਾਂ ਦੇ ਮੰਤਰੀ ਸਾਹਿਬਾਨ ਨੇ ਇਹ ਗੱਲ ਉਠਾ ਰਹੇ ਨੇ ਤਾਂ ਉਹ ਉਹਨਾਂ ਦੀ ਪੜਤਾਲ। ਮਿਹਰਬਾਨੀ, ਥੈਂਕ ਯੂ ਵੈਰੀ ਮਚ ਨਰਪਿੰਦਰ ਜੀ, ਬਹੁਤ ਮਿਹਰਬਾਨੀ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਆ, ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ। ਗੱਲ ਮਨਪ੍ਰੀਤ ਬਾਦਲ ਦੀ ਹੈ ਤੇ ਰਾਜਾ ਵੜਿੰਗ ਦੀ ਹੈ, ਪਰ ਸਵਾਲ ਸਿੱਧੇ ਤੌਰ ਤੇ ਕਾਂਗਰਸ ਪਾਰਟੀ, ਅਕਾਲੀ ਦਲ, ਹਾਕਮ ਤੇ ਵਿਰੋਧੀ ਧਿਰ ਨਾਲ ਜੁੜੇ ਹੋਏ ਹੈ। ਕਿੰਨੀ ਕੁ ਜਿਹੜੀ ਹੈਗੀ ਹੈ ਦੋਹਾਂ ਤਰ੍ਹਾਂ ਦੇ ਆਗੂਆਂ ਦੀ ਆਪਸ ਵਿੱਚ ਨੇੜਤਾ, ਬਹੁਤ ਸਾਰੇ ਸਵਾਲ ਹੈ, ਚਾਹੇ ਦੋਸ਼ ਹੈ, ਇਹਨਾਂ ਮੁੱਦਿਆਂ ਤੇ ਆਪਾਂ ਕਰਾਂਗੇ ਚਰਚਾ, ਪਰ ਛੋਟੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਏ ਦੀ ਜਿਹੜੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ। ਰਾਣਾ ਚਾਲ ਜੀ, ਤੁਸੀਂ ਬ੍ਰੇਕ ਤੋਂ ਪਹਿਲਾਂ ਇਸ ਮੁੱਦੇ ਤੇ ਆਪਣੀ ਗੱਲ ਕਰਨੀ ਚਾਹੁੰਦੇ ਸੀ, ਪਰ ਇਸੇ ਤਰ੍ਹਾਂ ਜਿਹੜੀ ਮਹਿਮਾਨਾਂ ਦੀ ਰਾਏ ਆਈ ਹੈ, ਮਲੂਕਾ ਜੀ ਦਾ ਕਹਿਣਾ ਕਿ ਕਾਂਗਰਸ ਨਾਲ ਨੇੜਤਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਗਰੰਟਾਂ ਪਹਿਲਾਂ ਵੀ ਵੰਡੀਆਂ ਜਾਂਦੀਆਂ ਰਹੀਆਂ ਸੀ, ਹੁਣ ਵੀ ਵੰਡੀਆਂ ਜਾ ਰਹੀਆਂ, ਛੋਟਾ ਮੁੱਦਾ ਹੈ, ਇਸ ਮੁੱਦੇ ਨੂੰ ਇਸ ਢੰਗ ਨਾਲ ਰਾਜਸੀ ਰੰਗਤ ਦੇਣ ਦੀ ਲੋੜ ਨਹੀਂ ਹੈ। ਦੂਜੇ ਪਾਸੇ ਕੁਝ ਬੁਲਾਰਿਆਂ ਦਾ ਇਹ ਵੀ ਕਹਿਣਾ ਹੈ ਕਿ ਅਕਾਲੀ ਦਲ ਦੀ ਗੱਲ ਕਰ ਲਈਏ, ਬਾਦਲਾਂ ਦੀ ਗੱਲ ਕਰ ਲਈਏ, ਜੇ ਮਨਪ੍ਰੀਤ ਬਾਦਲ ਹੈ ਜਾਂ ਕੈਪਟਨ ਅਮਰਿੰਦਰ ਹੈ, ਉਹਨਾਂ ਦੀ ਨੇੜਤਾ ਜਗਜਾਰ ਹੈ। ਮਲੂਕਾ ਸਾਹਿਬ ਕਹਿੰਦੇ ਜੇ ਇਹ ਗੱਲ ਆ ਤਾਂ ਫਿਰ ਕਿਉਂ ਨਹੀਂ ਇਹੋ ਜਿਹਾ ਮੰਤਰੀ ਹੈ ਜੇ ਮੁੱਖ ਮੰਤਰੀ ਇਹਨਾਂ ਨੂੰ ਲਾਂਭੇ ਕਰ ਦਿੰਦੀ ਕਾਂਗਰਸ। ਜੀ ਰਾਣਾ ਜੀ, ਦੇਖੋ ਜੀ, ਦੇਖੋ ਜਿੱਥੋਂ ਤੱਕ ਗੱਲ ਪਿਆ ਤਾਂ ਮੈਂ ਉਹਦਾ ਜਵਾਬ, ਜਿਹੜੀ ਇਹ ਗੱਲ ਕਰ ਰਹੇ ਸੀਗੇ ਕਿ ਦਿਲ ਰੱਖੀ ਗੱਲ ਆ, ਗੱਲ ਇਹ ਹੁੰਦੀ ਹੈ ਪਾਰਟੀ ਬੇਸਿਸ ਦੀ ਹੁੰਦੀ ਆ। ਇੱਕ ਪਾਸੇ ਪਾਰਟੀ ਦੇ ਵਰਕਰ ਆ ਜਿਹੜਾ ਤੁਹਾਨੂੰ ਜਿਤਾਉਣ ਵਿੱਚ ਹੈ,
ਭੂਮਿਕਾ ਨਿਭਾ ਰਹੇ ਆ, ਉਹਨੂੰ ਤਾਂ ਤੁਸੀਂ ਅਵੋਇਡ ਕਰ ਰਹੇ ਹੋ। ਜਿੰਨੇ ਪਿੰਡ ਉੱਥੇ ਨਾਲ ਉਹਨੂੰ ਤਾਂ ਤੁਸੀਂ ਕਾਂਗਰਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਖੜੇ ਆ ਦਿਨ ਰਾਤ, ਉਹਨਾਂ ਨੂੰ ਤਾਂ ਤੁਸੀਂ ਪਾਣੀ ਦਾ ਅੱਜ ਸਵਾਲ ਹੋਇਆ ਪਿਆ, ਉਹਨਾਂ ਦਾ ਟੇਲਾ ਦਾ, ਉਹਨਾਂ ਦੀਆਂ ਵਾਰੀਆਂ ਸੁੱਕੀਆਂ ਜਾਈ ਜਾਂਦੀਆਂ, ਕਦੇ ਪਾਣੀ ਟੁੱਟ ਜਾਂਦਾ। ਉੱਥੇ ਤੁਸੀਂ ਗੱਲ ਕਹਿੰਦੇ ਹੋ ਰਹਿਣੀ ਸਾਡੇ ਕੋਲੇ, ਦੂਸਰੇ ਤੁਸੀਂ ਨਾਲ ਦੀ ਨਾਲ ਮਾਮੇ ਦੇ ਭੋਗ ਤੇ ਜਾਂਦੇ ਹੋ, ਉੱਥੇ ਜਾ ਕੇ ਪੈਸੇ ਦੇ ਆਉਣੇ ਹੋ। ਹੁਣ ਕੀ ਗੱਲ ਸੋਚੀਏ, ਗੱਲ ਪ੍ਰਾਇੋਰਟੀ ਬੇਸਿਸ ਦੀ ਗੱਲ ਆ ਜਾਂਦੀ ਆ। ਇੱਥੇ ਤੁਸੀਂ ਦੇ ਰਹੇ ਹੋ, ਹੁਣ ਮੈਨੂੰ ਤਾਂ ਐ ਲੱਗ ਰਿਹਾ ਜਿਵੇਂ ਤੁਸੀਂ ਮਨਪ੍ਰੀਤ ਤੇ ਪ੍ਰਵਕਤਾ ਬੈਠੇ ਹੁੰਦੇ ਹੋ, ਤੁਸੀਂ ਗਰਗ ਸਾਹਿਬ ਦੀ ਗੱਲ ਤੇ ਬੜਾ ਹੁਣ ਮੈਨੂੰ ਐ ਜਿਵੇਂ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਪ੍ਰਵਕਤਾ ਹੈ। ਮੈਂ ਨਾ ਮਨਪ੍ਰੀਤ ਨਾਲ ਮੈਂ ਅੱਜ ਤਾਈਂ ਕਦੇ ਗੱਲ ਕੀਤੀ ਹੈ, ਨਾ ਮੈਂ ਉਹ ਤੋਂ ਕੰਮ ਲਿਆ ਕਦੇ, ਨਾ ਮੈਂ ਲੈਣਾ ਹੈ, ਸਮਝੋ ਪੁਆਇੰਟ। ਨਾ ਮੈਂ ਕਦੇ ਰਾਜਾ ਵੜਿੰਗ ਤੋਂ ਕੰਮ ਲਿਆ ਕੋਈ। ਮੈਂ ਬੈਠਾ, ਮੈਂ ਨਾਂ ਨਹੀਂ ਲੈਂਦਾ। ਦੇਖੋ ਮੈਂ ਫਿਰ ਵੀ ਉਸ ਗੱਲ ਤੇ ਆਉਣਾ ਕਿ ਕੋਈ ਜੇ ਸਰਕਾਰ ਕੋਲੇ ਕੰਮ ਨੂੰ ਆ ਜਾਂਦਾ ਤੇ ਜੇ ਕੋਈ ਨਹੀਂ ਤਾਂ ਕਰ ਦੇਣਾ ਚਾਹੀਦਾ। ਜੇ ਕਿਸੇ ਦਾ ਕੋਈ ਵਿਗੜਦਾ ਨਹੀਂ ਤੇ ਕਰਾਉਣ ਵਾਲੇ ਨੂੰ ਕੋਈ ਮੈਂ ਕੋਈ ਦੋ ਰਿਆ ਨਹੀਂ ਸਮਝਦਾ। ਮੇਰੇ ਕੋਲੇ ਆਉਂਦੇ ਰਹੇ ਆ, ਤੁਹਾਡੇ ਐਮਐਲਏ ਵੀ ਆਉਂਦੇ ਰਹੇ ਆ, ਤੁਹਾਡੇ ਵਰਕਰ ਵੀ ਆਉਂਦੇ ਰਹੇ ਆ। ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਨਾ ਮੈਨੂੰ ਲੋੜ ਆ ਨਾਂ ਲੈਣ ਦੀ, ਨਾ ਮੈਂ ਕਿਸੇ ਦਾ ਸਾਨ ਕਰਨਾ। ਅੱਜ ਮੇਰੀ ਡਿਊਟੀ ਸੀਗੀ ਵਜ਼ੀਰ ਦੇ ਤੌਰ ਤੇ, ਜੇ ਮੇਰੇ ਕੋਲੇ ਕੋਈ ਆਇਆ ਤੇ ਮੈਂ ਕੰਮ ਕਰਤਾ, ਮੇਰੀ ਡਿਊਟੀ ਸੀਗੀ। ਕਰਨਾ ਨਾ ਕਰਨਾ ਮੇਰੀ ਮਰਜ਼ੀ ਸੀ, ਮੇਰੀ ਡਿਊਟੀ ਸੀ, ਮੈਂ ਕੀਤੀ ਹੈ। ਥੈਂਕ ਯੂ ਮਲੂਕਾ ਸਾਹਿਬ। ਮਲੂਕਾ ਸਾਹਿਬ ਹੁਣ ਮੈਂ ਤੁਹਾਨੂੰ ਦੱਸਦਾ, ਤੁਹਾਡੀ ਸਰਕਾਰ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਗਰੀਬਾਂ ਦੇ ਕੋਠੇ ਬਣੇ, ਹੁਣ ਬਾਅਦ 15 ਕੋਠੇ ਬਣੇ। 15 ਕੋਠਿਆਂ ਦੇ ਵਿੱਚ ਤੁਹਾਡੇ ਕਿਸੇ ਲੀਡਰ ਨੂੰ ਮੈਂ ਆਖਿਆ ਯਾਰ 5 ਕੋਠੇ ਇਹਨਾਂ ਨੂੰ ਦੇ ਦਿਓ, ਵੀ ਕੀ ਜਾਂਦਾ। ਮੈਨੂੰ ਉਹਨੇ ਅੱਗੋਂ ਸਵਾਲ ਦਾ ਜਵਾਬ ਦਿੱਤਾ ਸੀ, ਲੈਂਦਾ ਮੈਂ ਬੰਦੇ ਦਾ ਵੱਡਾ ਲੀਡਰ ਆ। ਉਹ ਕਹਿੰਦਾ ਕਾਕਾ ਜੀ 15 ਅਸੀਂ ਆਪਦੇ ਬੰਦਿਆਂ ਨੂੰ ਦੇਵਾਂਗੇ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ, 16ਵਾਂ 17ਵਾਂ ਅਸੀਂ ਫੇਰ ਦੇ ਸਕਦੇ ਹਾਂ ਜੇ ਸਾਡੇ ਕੋਲੇ ਵੱਧ ਹੋਵੇ। ਗੱਲ ਉੱਥੇ ਉਹਨੇ ਵੀ ਪ੍ਰਾਇੋਰਟੀ ਬੇਸਿਸ ਦੀ ਕੀਤੀ ਸੀ, ਮੈਂ ਵੀ ਉਸੇ ਬੇਸਿਸ ਦੇ ਉੱਪਰ ਗੱਲ ਕਰਦਾ ਵੀ ਜੇ ਮਨਪ੍ਰੀਤ ਕੋਲੇ ਪੈਸਾ ਹੈ, ਮਨਪ੍ਰੀਤ ਦੇ ਦਿੰਦਾ ਸਾਡੇ ਉੱਤੇ ਉਹਨਾਂ ਨੂੰ ਤੇਲਾਂ ਤੇ ਜਿਹੜਾ ਉਹਨਾਂ ਨੇ ਬੈੱਡ ਬਣਾਉਣਾ ਸੀ, ਤੇ ਇੱਥੇ ਪਾਸੇ ਆ ਕੇ ਫੱਤਣ ਵਾਲੇ ਜਾ ਕੇ ਦੇ ਆਇਆ। ਉੱਥੇ ਏਡੀ ਕਿੱਡੀ ਲੋੜ ਸੀਗੀ। ਗੱਲ ਹੁੰਦੀ ਹੈ ਨੀਡਸ ਦੀ, ਗੱਲ ਕੀ ਹੈ ਕੀ ਨਹੀਂ ਆ। ਵਰਕਰ ਹਮੇਸ਼ਾ ਤੁਹਾਡੇ ਤੋਂ ਆਸ ਰੱਖਦਾ ਹੀ ਰੱਖਦਾ, ਚਾਹੇ ਤੁਹਾਡੀ ਪਾਰਟੀ ਦਾ ਹੋਵੇ। ਚਾਹੀਦਾ ਟੀਵੀ ਤੇ ਬਹਿ ਕੇ ਗੱਲਾਂ ਬੜੀਆਂ ਕਰਨੀਆਂ ਆਸਾਨ ਆ, ਜੇ ਤੁਹਾਡੇ ਕੋਲੇ ਵੀ ਕੱਲ ਨੂੰ 10 ਮਹਿਕਮੇ ਚ ਰਹੇ ਹੋ, ਤੁਸੀਂ ਸਿੱਖਿਆ ਮੰਤਰੀ ਰਹੇ, 10 ਨੌਕਰੀਆਂ ਵਾਲੇ ਸਿਫਾਰਸ਼ਾਂ ਲੈ ਕੇ ਆ ਗਏ। ਦੱਸਦੀਆਂ ਤੁਸੀਂ ਪਹਿਲਾਂ ਅਕਾਲੀਆਂ ਦੀਆਂ ਸਿਫਾਰਸ਼ਾਂ ਮੰਨੀਆਂ ਹੋਣਗੀਆਂ, ਕਾਂਗਰਸੀ ਦੀ ਮੰਨੀ ਜ਼ਰੂਰ ਹੋਊਗੀ, ਉਹ ਵੀ ਜੇ 11ਵੀਂ 12ਵੀਂ। ਉਵੇਂ ਮੈਂ ਮਨਪ੍ਰੀਤ ਬਾਦਲ ਦੀ ਗੱਲ ਕਰਦਾ। ਸੋ ਬੇਸਿਸ ਹੋਣਾ ਚਾਹੀਦਾ, ਬੰਦਾ ਜਿਹੜਾ ਵੋਟਾਂ ਪਾਉਂਦੇ ਉਹਨਾਂ ਨੂੰ ਝਾਕ ਹੁੰਦੀ ਆ ਵੀ ਸਾਡੇ ਕੰਮ ਹੋਣ ਜੀ, ਸਾਡੇ ਪਹਿਲ ਦੇ ਆਧਾਰ ਤੇ ਹੋਣ। ਤੇ ਜੇ ਤੁਸੀਂ ਲਿਹਾਜ਼ਾ ਪਗਾਉਣ ਲੱਗ ਗਏ ਤਾਂ ਫਿਰ ਸਿੱਧੀ ਇਸੇ ਗੱਲ ਦੇ ਚੌਂਕ ਭਾਈ ਬਾਦਲ ਤੇ ਕੈਪਟਨ ਇੱਕ ਆ ਤੇ ਮਨਪ੍ਰੀਤ ਤੇ ਪ੍ਰਕਾਸ਼ ਸਿੰਘ ਬਾਦਲ ਇੱਕ ਆ। ਓਕੇ ਥੈਂਕ ਯੂ ਵੈਰੀ ਮਚ। ਆਪਾਂ ਫਿਰ ਉਹਨਾਂ ਤੁਹਾਡੇ ਵਾਲੇ ਸੇ ਮੁੱਦੇ ਤੇ ਮਲੂਕਾ ਸਾਹਿਬ ਜਿਹੜੀ ਗੱਲ ਆ ਰਹੀ ਹੈ, ਬਠਿੰਡਾ ਜਿਹੜੇ ਜਨਰਲ ਨਰਪਿੰਦਰ ਧਾਲੀਵਾਲ ਉਹਨਾਂ ਨੇ ਵੀ ਇਸੇ ਗੱਲ ਤੇ ਲਿਆਂਦਾ ਹੈ ਕਿ ਪਿਛਲੇ ਦਿਨਾਂ 'ਚ ਦੇਖਿਆ ਜਾਵੇ ਤਾਂ ਮਨਪ੍ਰੀਤ ਬਾਦਲ ਤੇ ਬਾਦਲ ਪਰਿਵਾਰ ਜਿਹੜੀ ਦੋਨਾਂ ਦੀ ਨੇੜਤਾ ਨਜ਼ਰ ਆਉਂਦੀ ਹੈ, ਜਗ ਜ਼ਾਹਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਵੀ ਗੱਲ ਕੀਤੀ ਹੈ। ਦੂਜੇ ਪਾਸੇ ਜਿਹੜਾ ਚਾਹਲ ਸਾਹਿਬ ਦਾ ਕਹਿਣਾ ਕਿ ਸਵਾਲ ਇਹ ਨਹੀਂ ਹੈ ਕਿ ਕਿਸੇ ਨੂੰ ਗ੍ਰਾਂਟ ਦਿੱਤੀ ਜਾਂ ਨਹੀਂ ਦਿੱਤੀ, ਸਵਾਲ ਪ੍ਰਾਇੋਰਟੀ ਦਾ ਹਮੇਸ਼ਾ ਹੀ ਪਾਰਟੀਆਂ ਜਿਹੜੀਆਂ ਸਰਕਾਰਾਂ 'ਚ ਸੱਤਾ 'ਚ ਹੁੰਦੀਆਂ ਉਹਨਾਂ ਦੀ ਡਿਮਾਂਡ ਵੀ ਹੁੰਦੀ ਹੈ, ਉਹਨਾਂ ਦਾ ਹੱਕ ਵੀ ਹੁੰਦਾ ਕਿ ਪਹਿਲ ਜਿਹੜੀ ਹੈਗੀ ਹੈ ਪਾਰਟੀ ਦੇ ਜਿਹੜੇ ਨੇੜਲਾ ਹਲਕੇ ਹੈ, ਵਰਕਰ ਹੈ, ਹਮਾਇਤੀ ਹੈ, ਉਹਨਾਂ ਨੂੰ ਦਿੱਤੀ ਜਾਵੇ। ਤੇ ਉਹਨਾਂ ਛੱਡ ਕੇ ਦੂਜੇ ਪਾਸੇ ਦੇਵਾਂਗੇ ਤਾਂ ਰੌਲਾ ਪਏਗਾ ਹੀ ਪਏਗਾ। ਉਹ ਕਹਿੰਦੇ ਕਿ ਆਪਾਂ ਵੀ ਜਦੋਂ ਅਕਾਲੀ ਦਲ ਸੱਤਾ ਸੀ ਤਾਂ ਪ੍ਰਾਇੋਰਟੀ ਅਕਾਲੀ ਦਲ ਨੂੰ ਹੀ ਦਿੰਦੇ ਰਹੇ ਹੋਵਾਂਗੇ। ਜੀ ਮਲੂਕਾ ਸਾਹਿਬ। ਵੇਖੋ ਸਿੱਧੂ ਸਾਹਿਬ, ਜਿੱਥੋਂ ਤੱਕ ਉਹਨਾਂ ਦੀ ਨੇੜਤਾ ਦੀ ਗੱਲ ਹੈ, ਮੈਂ ਕਿਸੇ ਦੀ ਦੁਸ਼ਮਣੀਆਂ ਪਵਾ ਕੇ ਰਾਜੀ ਨਹੀਂ। ਮੈਂ ਤਾਂ ਕਿਸੇ ਵੀ ਵਿਰੋਧੀ ਪਾਰਟੀ ਦੀ ਕਹਿੰਦਾ ਦੁਸ਼ਮਣੀ ਨਹੀਂ ਹੋਣੀ ਚਾਹੀਦੀ। ਸਿਆਸੀ ਲੜਾਈ ਲੜਨੀ ਚਾਹੀਦੀ ਹੈ, ਦੱਬ ਕੇ ਜਿੰਨੀ ਹੈਗੀ ਆਪਦੀ ਹਰ ਪਾਰਟੀ ਨੂੰ ਲੜਨੀ ਚਾਹੀਦੀ ਹੈ। ਪਰ ਇਹ ਵੀ ਗੱਲ ਗਲਤ ਹੈ ਕਿ ਨੇੜਤਾ ਵਾਲੀ ਗੱਲ ਨਹੀਂ ਹੈਗਾ ਕੋਈ ਦਮ। ਮੈਂ ਕਹਿਣਾ ਤੁਹਾਡੇ ਚੈਨਲ ਦੇ ਉੱਤੋਂ ਕੋਈ ਦਮ ਨਹੀਂ ਹੈਗਾ ਉਸ ਗੱਲ ਦੇ ਵਿੱਚ, 1% ਵੀ ਦਮ ਨਹੀਂ ਹੈਗਾ ਉਸ ਗੱਲ ਦੇ ਵਿੱਚ। ਮੈਂ ਫਿਰ ਆਉਣਾ ਕਿ ਮੈਂ ਕੋਈ ਦੁਸ਼ਮਣੀਆਂ ਦੇ ਵੀ ਹੱਕ 'ਚ ਨੇ ਕਿ ਲੜੀ ਚੱਲੋ ਸਾਰੀ ਦਿਹਾੜੀ ਇੱਕ ਦੂਜੇ ਨੂੰ ਗਾਲਾਂ ਹੀ ਕੱਢੀ ਚੱਲੋ ਬੇਮਤਲਬੀਆਂ, ਮੈਂ ਕੋਈ ਉਹਨਾਂ ਚੀਜ਼ਾਂ ਦੇ ਵੀ ਹੱਕ 'ਚ ਨਹੀਂ ਹੈਗਾ। ਮੈਂ ਫਿਰ ਚਹਿਲ ਸਾਹਿਬ ਨੂੰ ਕਹਿਣਾ ਵੀ ਜਿਨ੍ਹਾਂ ਦੀ ਇਹਨਾਂ ਨੇ ਫਿਰ ਗੱਲ ਦੁਹਰਾਤੀ ਵੀ ਉੱਥੇ ਦੇਤੇ ਫੱਤਣ ਵਾਲੇ, ਉੱਥੇ ਮਨਪ੍ਰੀਤ ਦੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ ਨਾਨਕੇ ਆ ਫੱਤਣ ਵਾਲੇ। ਅੱਛਾ, ਫੱਤਣ ਵਾਲੇ ਵੀ ਹੁਣ ਤਾਂ ਕਾਂਗਰਸੀ ਆ ਸਾਰੇ ਕਿੱਦਾਂ ਦੇ, ਉਹ ਵੀ ਨਾਲ ਹੀ ਆ ਮਨਪ੍ਰੀਤ ਦੇ ਨਾਲ ਹੀ, ਉਹ ਵੀ ਕਾਂਗਰਸ ਚਲੇ ਗਏ ਸੀ। ਉਹ ਕਿਹੜਾ ਅਕਾਲੀਆਂ ਨੂੰ ਦੇ ਆਇਆ, ਉੱਥੇ ਵੀ ਕਾਂਗਰਸੀ ਆ, ਉਹ ਵੀ ਕਾਂਗਰਸੀ ਹੋਈ ਆ। ਜੇ ਕਾਂਗਰਸੀਆਂ ਨੂੰ ਉੱਥੇ ਦੇ ਆਇਆ ਤੇ ਮੈਂ ਕਹਿੰਦਾ ਦੇਣ ਨਾ ਦੇਣ ਸਾਡਾ ਕੋਈ ਏਜੰਡਾ ਨਹੀਂ ਕਿ ਜਿੱਥੇ ਚਹਿਲ ਸਾਹਿਬ ਕਹਿੰਦੇ ਉੱਥੇ ਦੇ ਦੇਣ। ਮੈਂ ਤਾਂ ਕਹਿੰਦਾ ਇਹਨਾਂ ਦੀ ਪਾਰਟੀ ਦਾ ਮਸਲਾ ਹੈ,
ਇਹਨਾਂ ਨੂੰ ਪਾਰਟੀ 'ਚ ਉਠਾਉਣਾ ਚਾਹੀਦਾ ਹੈ। ਜੇ ਕਿਤੇ ਮਨਪ੍ਰੀਤ ਗਰਾਂਟਾਂ ਗਲਤ ਦਿੰਦਾ ਤਾਂ ਵੀ ਪਾਰਟੀ 'ਚ ਉਠਾਉਣਾ ਚਾਹੀਦਾ। ਜੇ ਮੁੱਖ ਮੰਤਰੀ ਜੀ ਇਹਨਾਂ ਨੂੰ ਲੰਬੀ 'ਚ ਗਰਾਂਟਾਂ ਨਹੀਂ ਦਿੰਦੇ ਤਾਂ ਇਹਨਾਂ ਦੀ ਡਿਊਟੀ ਹੈ, ਇਹਨਾਂ ਨੇ ਉਹਦੀ ਮਦਦ ਕੀਤੀ ਆ। ਜਿੱਤਾਂ ਹਾਰਾਂ ਤਾਂ ਹੁੰਦੀਆਂ ਰਹਿੰਦੀਆਂ ਨੇ, ਇਹਨਾਂ ਦੀ ਮਦਦ ਕੀਤੀ, ਇਹਨਾਂ ਦੀ ਮੰਗ ਕਰਨਾ ਰਾਈਟ ਬਣਦਾ ਇਹਨਾਂ ਦਾ ਕਿ ਮੰਗਣ ਉੱਥੇ ਪੋਸਟ ਵਾਸਤੇ ਪੈਸੇ, ਇਹ ਵੀ ਆਪਦੇ ਬੰਦਿਆਂ ਦੇ ਕੰਮ ਕਰਾਉਣ। ਹੁਣ ਜੇ ਮੁੱਖ ਮੰਤਰੀ ਜੀ ਨਹੀਂ ਦਿੰਦੇ ਚਹਿਲ ਸਾਹਿਬ ਨੂੰ ਜਾਂ ਮਨਪ੍ਰੀਤ ਨਹੀਂ ਦਿੰਦੇ, ਹੁਣ ਆਪਾਂ ਤਾਂ ਉਹਦੇ 'ਚ ਕੀ ਕਰ ਸਕਦੇ ਆ? ਉਹ ਤਾਂ ਇਹਨਾਂ ਦੀ ਪਾਰਟੀ ਦਾ ਮਸਲਾ ਹੈ, ਕਿੱਥੇ ਦੇਣੇ ਨਹੀਂ ਦੇਣੇ ਇਹਨਾਂ ਦਾ ਕੰਮ ਹੈ। ਪਰ ਗਰਾਂਟਾਂ ਨਾਲ ਕਦੇ ਸਰਕਾਰਾਂ ਦੇ ਵਿੱਚੋਂ ਆਏ ਪੈਸੇ ਮੁੱਕਦੇ ਨਹੀਂ ਹੁੰਦੇ। ਚਹਿਲ ਸਾਹਿਬ ਤੁਸੀਂ ਵੀ ਜਿਵੇਂ ਦੱਸਦੇ ਹੋ, ਕੋਈ ਛੋਟੀਆਂ ਗੱਲਾਂ ਨੇ, ਜਿੰਨੇ ਮਰਜ਼ੀ ਉੱਥੇ ਪੈਸੇ ਤੁਸੀਂ ਲਾ ਸਕਦੇ ਸੀ, ਆਏ ਪੈਸੇ ਨਹੀਂ ਮੁੱਕਦੇ ਹੁੰਦੇ ਸਰਕਾਰਾਂ ਕੋਲ। ਜੀ, ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਜਿਹੜਾ ਮਲੂਕਾ ਸਾਹਿਬ ਨਿੱਕਾ ਜਿਹਾ ਸਵਾਲ ਹੋਰ ਤੁਹਾਡੇ ਤੋਂ ਲੈਣਾ ਚਾਹਾਂਗਾ। ਗੱਲ ਕੱਲੀ ਚਾਲ ਹੋਣਾ ਦੀ ਨਹੀਂ ਹੈ, ਸਵਾਲ ਇਹ ਵੀ ਹੈ ਕਿ ਰਾਜਾ ਵੜਿੰਗ ਨੇ ਜਦੋਂ ਗੱਲ ਉਹਨਾਂ ਜਿਹੜਾ ਟਵੀਟ ਨੇ ਪਾਰਟੀ ਦੇ ਜਿਹੜੇ ਨੈਸ਼ਨਲ ਲੀਡਰ ਹੈਗਾ ਰਾਹੁਲ ਗਾਂਧੀ, ਉਹਨੂੰ ਟਵੀਟ ਕਰਕੇ ਕਿਹਾ ਕਿ ਕਾਰਵਾਈ ਕਰੋ ਤੇ ਬਾਦਲਾਂ ਨਾਲ ਮਿਲੇ ਹੋਏ ਹੈ, ਸਾਂਝੇ ਤੌਰ ਤੇ ਕੰਮ ਕਰ ਰਹੇ ਹੈ, ਪਾਰਟੀ ਨੂੰ ਇਗਨੋਰ ਕਰ ਰਹੇ ਆ, ਔਰ ਇਹ ਤੋਂ ਜਿਹੜਾ ਵਜ਼ਾਰਤ ਦਾ ਜਿਹੜਾ ਰਾਹ ਹੈ ਉਹ ਬੰਦ ਕੀਤਾ ਜਾਵੇ, ਇਹਨੂੰ ਬਾਹਰ ਕੱਢਿਆ ਜਾਵੇ ਵਜ਼ਾਰਤ ਚੋਂ। ਉਹ ਰਾਹੁਲ ਗਾਂਧੀ ਤੱਕ ਟਵੀਟ ਗਿਆ ਕੋਈ ਲੋਕਲ ਲੈਵਲ ਦਾ ਮਸਲਾ ਨਹੀਂ ਹੈ। ਮਲੂਕਾ ਸਾਹਿਬ, ਸਿੱਧੂ ਸਾਹਿਬ, ਇਹ 4.5 ਸਾਲ ਹੋ ਗਏ ਸਰਕਾਰ ਬਣੀ ਨੂੰ, ਇਹ ਹੁਣ ਤਾਂ ਰਲੇ ਨਹੀਂ। ਜੇ ਰਲੇ ਆ ਤਾਂ ਫਿਰ ਜੇ ਕੋਈ ਇਹਨਾਂ ਕੋਲੇ ਰਲੇ ਦੀ ਗੱਲ ਹੈਗੀ, ਮੈਂ ਤਾਂ ਕਹਿੰਦਾ ਟੋਟਲ ਝੂਠ ਹੈ। ਕਿਤੇ ਰਲਣ ਵਾਲੀ ਗੱਲ ਨੇੜੇ ਤੇੜੇ ਵੀ ਹੈ ਨਹੀਂ ਕਿਸੇ ਦੀ ਵੀ, ਨਾ ਅਮਰਿੰਦਰ ਸਿੰਘ ਦੀ ਨਾ ਬਾਦਲ ਵਾਲੀ ਕੋਈ ਨੇੜੇ ਤੇੜੇ ਵੀ ਹੈ ਨਹੀਂ। ਪਰ ਚਲੋ ਮੰਨ ਲਓ ਜਿਹੜੇ ਲੋਕ ਕਹਿੰਦੇ ਆ, ਫਿਰ 4.5 ਸਾਲ ਦੇ ਕੀ ਕਰਦੇ ਰਹੇ ਜੇ ਰਲੇ ਵੇ ਸੀ? ਉਦੋਂ ਦੇ ਕਿਉਂ ਨਹੀਂ ਕੋਈ ਗੱਲ ਕੀਤੀ? 4.5 ਸਾਲ ਕੱਢ ਲਏ, ਹੁਣ ਤਾਂ 2-3 ਮਹੀਨਿਆਂ ਦੀ ਗੱਲ ਰਹੇਗੀ। ਸਾਰੀ ਗੱਲ ਹੀ 2-3 ਮਹੀਨਿਆਂ ਦੀ ਹੈ। ਫੈਸਲਾ ਲੋਕਾਂ ਨੇ ਕਰ ਦੇਣਾ, ਜਿਹੜਾ ਕਰਨਾ 22 ਜਨਤਾ ਨੇ ਕਰ ਦੇਣਾ ਫੈਸਲਾ। ਹੁਣ ਕਿੱਥੇ ਰਹੇਗੀ? ਹੁਣ ਤਾਂ ਕੋਈ ਗੱਲ ਰਹੀ ਨਹੀਂ, ਹੁਣ ਤਾਂ ਸਾਰਾ ਕੁਝ ਲੰਘ ਗਿਆ, ਪੂਛ ਜੀ ਰਹੀ। ਥੈਂਕ ਯੂ। ਆਪਾਂ ਰਾਣਾ ਚਾਲ ਤੋਂ ਜਵਾਬ ਲੈਣੇ ਆ। ਚਾਲ ਜੀ, ਤੁਸੀਂ ਇਸ ਮੁੱਦੇ ਤੇ ਆਪਣਾ ਕਮੈਂਟ ਕਰਨਾ ਚਾਹੁੰਦੇ ਸੀਗੇ। ਮਲੂਕਾ ਸਾਹਿਬ ਦਾ ਕਹਿਣਾ ਵੀ ਪੂਰਾ ਝੂਠ ਹੈ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਦੇਖੋ ਜੀ, ਉਹ ਤਾਂ ਲੋਕਾਂ ਦੀ ਪਰਸੈਪਸ਼ਨ ਆ। ਜਿਵੇਂ ਹੁਣ ਬੇਆ ਮੁੱਦਾ ਸੀਗਾ, ਅਸੀਂ ਵੀ ਕੈਪਟਨ ਸਾਹਿਬ ਨੂੰ ਇਹ ਗੱਲ ਕਹਿੰਦੇ ਆ ਜੀ, ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦੇ ਦਿਓ। ਜੇ ਤੁਹਾਨੂੰ ਲੱਗਦਾ ਵੀ ਬਾਦਲ ਨਹੀਂ ਦੋਸ਼ੀ ਸੀ, ਲੋਕਾਂ ਨੂੰ ਆ ਕੇ ਇਹ ਗੱਲ ਕਹਿ ਦਿਓ ਵੀ ਭਾਈ ਬਾਦਲਾਂ ਨੇ ਬੇਅਦਬੀ ਨਹੀਂ ਕੀਤੀ, ਉਹਦੇ ਹੋਰ ਕਾਰਨ ਸੀ, ਮੈਂ ਤਾਂ ਐਵੇਂ ਗੱਲ ਕਹਿਤੀ। ਸੋ ਜਿਹੜੀ ਇੱਕ ਪਰਸੈਪਸ਼ਨ ਲੋਕਾਂ ਦੇ ਵਿੱਚ ਬਣੀ ਆ, ਉਹ ਲੋਕਾਂ ਦੀ ਪਰਸੈਪਸ਼ਨ ਆ, ਪਬਲਿਕ ਪਰਸੈਪਸ਼ਨ ਆ। ਉਸ ਪਰਸੈਪਸ਼ਨ ਨੂੰ ਅੱਜ ਤੋੜਨਾ ਬਹੁਤ ਜ਼ਰੂਰੀ ਆ। ਜਿਸ ਤਰ੍ਹਾਂ ਮਲੂਕਾ ਸਾਹਿਬ ਗੱਲ ਕਰ ਰਹੇ ਆ, ਜਿਹੜੇ ਬੰਦੇ ਜ਼ਰੂਰ, ਮੈਂ ਫਿਰ ਉਸ ਗੱਲ ਦੇ ਆ ਜਾਣਾ ਵੀ ਮਾਮੇ ਨੂੰ ਦਿਆ ਆ, ਕੋਈ ਬਹੁਤ ਵੱਡੀ ਗੱਲ। ਲੰਬੀ ਹਲਕੇ ਦੇ ਵਿੱਚ ਇਹ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਜੀ ਨੇ ਸਿਆਸਤ ਕੀਤੀ ਰਹੀ, ਬਾਦਲ ਸਾਹਿਬ ਦੇ ਪੈਰਲਲ ਸਿਆਸਤ ਕਰਦੇ। ਹੁਣ ਉੱਥੇ ਤੱਪੇ ਖੇੜੇ ਮੁੰਡਾ ਬੱਚਾ ਸਾਲ ਦਾ, ਉਹ ਡਰੱਗਸ ਦੀ ਓਵਰਡੋਜ਼ ਨਾਲ ਮਰ ਗਿਆ ਸੀ। ਠੀਕ ਆ, ਸਿਸਟਮ ਦਾ ਕਲੈਪਸ ਹੈਗਾ, ਕਿਤੇ ਨਾ ਕਿਤੇ ਪੁਲਿਸ ਦੀ ਵੀ ਗਲਤੀ ਰਹੀ ਆ। ਮਨਪ੍ਰੀਤ ਸਿੰਘ ਬਾਦਲ ਉੱਥੇ ਜਾ ਕੇ 5 ਲੱਖ ਦੇ ਆਉਂਦੇ ਗਰੀਬ ਦੇ ਘਰੇ। ਹੱਤਨ ਵਾਲੇ ਵਿੱਚ ਮਾਮੇ ਨੂੰ ਕਿਸ ਚੀਜ਼ ਦਾ ਘਾਟਾ ਸੀ? ਚੰਗੀ ਜ਼ਮੀਨ ਜਾਇਦਾਦ ਦਾ ਮਾਲਕ ਆ, ਉਹ ਗਰੀਬ ਨੂੰ 5 ਲੱਖ ਦੇ ਆਉਂਦੇ। ਤੇ ਜੇ ਮੁੱਖ ਮੰਤਰੀ ਜਾਂ ਸਾਬਕਾ ਮੁੱਖ ਮੰਤਰੀ ਜੇ ਹਰੇਕ ਨੂੰ ਦੇ ਸਕਦਾ, ਮੈਂ ਮਲੂਕਾ ਸਾਹਿਬ ਨੂੰ ਵੀ ਬੇਨਤੀ ਕਰਦਾ, ਚਲੋ ਸਾਡੀ ਤਾਂ ਜੀ ਚੱਲਦੀ ਨਹੀਂ, ਸਾਨੂੰ ਤਾਂ ਲੰਬੀ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਈ ਗ੍ਰਾਂਟ ਨਹੀਂ ਦਿੰਦਾ। ਤੁਹਾਡੇ ਮਾਧਿਅਮ ਨਾਲ ਮੈਂ ਤੁਹਾਡਾ ਧੰਨਵਾਦੀ ਰਹੂੰਗਾ। ਆਪਾਂ ਕਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਹਲਕਾ, ਸੁਖਬੀਰ ਸਿੰਘ ਬਾਦਲ ਇਧਰੋਂ MP ਆ ਨਾਲ ਲੱਗਦੇ ਹਲਕੇ ਤੋਂ, ਤੁਸੀਂ ਕਹਿ ਕੇ 5 ਲੱਖ ਦੀ ਗ੍ਰਾਂਟ ਦਵਾ ਦਿਓ, ਤੱਪੇ ਖੜੇ ਗਰੀਬ ਦਾ ਘਰ ਬਚ ਜੂਗਾ, ਉਹਦੇ ਘਰੇ ਕੋਈ ਰੋਟੀ ਬਣਾਉਣ ਵਾਲਾ ਨਹੀਂ ਹੈ। ਦੇਖੋ ਚਹਿਲ ਸਾਹਿਬ, ਮੈਂ ਤੇ ਗਰਗ ਸਾਹਿਬ ਸਿਫਾਰਿਸ਼ ਕਰ ਦਿੰਦੇ ਆ ਵੀ ਤੁਹਾਨੂੰ ਜ਼ਰੂਰ ਦੇ ਦੇਣ, ਨਾਰਾਜ਼ ਨਾ ਕਰਨ ਵਰਕਰਾਂ ਨੂੰ। ਨਹੀਂ ਨਾਰਾਜ਼ ਕਰਨਾ ਚਾਹੀਦਾ, ਅਸੀਂ ਤਾਂ ਮੀਡੀਆ ਰਾਹੀਂ ਸਿਫਾਰਿਸ਼ ਹੀ ਕਰ ਸਕਦੇ ਹਾਂ। ਕੰਮ ਤਾਂ ਤੁਹਾਡੀ ਪਾਰਟੀ ਦਾ, ਕੰਮ ਤਾਂ ਤੁਹਾਡੀ ਪਾਰਟੀ ਦਾ। ਮੇਰੀ ਬੇਨਤੀ ਸੁਣ ਲਓ ਨਾ। ਹੁਣ ਮੈਂ ਤੁਹਾਡੀ ਗੱਲ ਤੇ ਆਉਣਾ। ਜੇ ਸੁਖਬੀਰ ਸਿੰਘ ਬਾਦਲ ਜਿਹੜੀ ਐਮਪੀਆਂ ਦੀ ਗ੍ਰਾਂਟ ਹੈ, ਸਾਰਿਆਂ ਨੂੰ ਪਤਾ ਬੰਦ ਕਰਤੀ ਸੀ ਮੋਦੀ ਸਾਹਿਬ ਨੇ ਕੋਵਿਡ ਕਰਕੇ। ਗ੍ਰਾਂਟਾਂ ਹੁਣ ਬੰਦ ਹੈ, ਮੈਂਬਰ ਪਾਰਲੀਮੈਂਟ ਦੀਆਂ ਹੈ ਨਹੀਂ। ਜੇ ਮਿਲ ਸਕਦੀ ਹੋਈ ਉੱਥੇ ਦੇ ਸਕਦੇ ਹੋਏ 5 ਲੱਖ, ਤੇਰੇ ਨਾਲ ਮੇਰਾ ਵਾਅਦਾ ਰਿਹਾ, ਮੈਂ ਜ਼ਰੂਰ ਦਵਾ ਦੂੰਗਾ। ਓਕੇ, ਥੈਂਕ ਯੂ ਵੈਰੀ ਮਚ। ਥੈਂਕ ਯੂ। ਆਪਾਂ ਬਾਤ ਸਕਦੇ MLA ਰਹੇ ਉਦੋਂ, ਪ੍ਰਕਾਸ਼ ਸਿੰਘ ਬਾਦਲ ਦੇ ਸਕਦੇ ਕਿ ਨਹੀਂ? ਨਹੀਂ, ਜੇਬ ਤੋਂ ਕੋਈ ਵੀ ਦੇ ਸਕਦਾ। MLA ਕੋਲੇ ਗ੍ਰਾਂਟ ਨਹੀਂ ਹੁੰਦੀ ਕੋਈ ਵੀ, ਤੁਹਾਨੂੰ ਦੱਸ ਦਈਏ। MLA ਕੋਲੇ ਗ੍ਰਾਂਟ ਨਹੀਂ ਹੁੰਦੀ, MLA ਕੋਲੇ ਨਹੀਂ ਹੁੰਦੀ। ਚਾਬੀ ਆਪਾਂ ਜੇਬ ਚੋਂ ਕੋਈ ਦੇ ਲਓ ਜਿਹੜਾ ਮਰਜ਼ੀ। ਮਲੂਕਾ ਸਾਹਿਬ ਗ੍ਰਾਂਟ ਵਜ਼ੀਰ ਕੋਲੇ ਤੇ ਮੁੱਖ ਮੰਤਰੀ ਕੋਲੇ ਹੁੰਦੀ ਆ, ਜਾਂ ਮੈਂਬਰ ਪਾਰਲੀਮੈਂਟ ਕੋਲੇ, ਹੋਰ ਨਹੀਂ ਕਿਸੇ ਕੋਲ ਹੈਗੀ। ਓਕੇ, ਥੈਂਕ ਯੂ ਵੈਰੀ ਮਚ। ਚਲੋ ਮਲੂਕਾ ਸਾਹਿਬ, ਨਾ ਤਾਂ ਅਸੀਂ MLA ਬਣੇ ਆ, ਨਾ ਅਸੀਂ ਮਿਨਿਸਟਰੀਆਂ ਢਾਈਆਂ, ਪਰ ਮੈਂ ਸਧਾਰਨ ਇੱਕ ਜੱਟ ਦੇ ਪਰਿਵਾਰ ਦੇ ਵਿੱਚੋਂ, ਜ਼ਿਮੀਂਦਾਰ ਪਰਿਵਾਰ ਚੋਂ ਹਾਂ। ਉਹਦੀ ਮੁੰਡੇ ਦੀ ਭੈਣ ਦਾ ਖਰਚਾ ਵਿਆਹ ਦਾ ਤੇ ਸਾਰੀ ਪੜ੍ਹਾਈ ਦੀ ਜ਼ਿੰਮੇਵਾਰੀ ਮੈਂ ਲਿਆਇਆ, ਲਿਖ ਕੇ ਦੇ ਕੇ ਆਇਆ। ਤੇ ਪ੍ਰਕਾਸ਼ ਸਿੰਘ ਬਾਦਲ ਆਪਦੀ ਜੇਬ ਚੋਂ ਹੀ ਦੇ ਦੇ। ਓਕੇ, ਮਿਹਰਬਾਨੀ। ਇਸ ਮੁੱਦੇ ਤੇ ਆਪਾਂ ਮਸਲਾ ਹੈ। ਤੁਸੀਂ ਮੁੱਖ ਮੰਤਰੀ ਤੋਂ ਭਾਵੇਂ 50 ਲੱਖ ਦੁਆਰਾ ਦੇ ਸਕਦਾ ਮੁੱਖ ਮੰਤਰੀ,
ਮੁੱਖ ਨਹੀਂ, ਮੰਤਰੀ ਕੋਲ ਤੁਸੀਂ- ਪਾਵਰ ਆ ਤੁਸੀਂ ਕਹਿ ਰਹੇ ਹੋ ਨਾ 50 ਲੱਖ ਦਵਾ ਲਓ ਜੀ, ਦੇ ਸਕਦੇ ਜੀ ਮਲੂਕਾ ਸਾਹਿਬ ਰਾਣਾ ਜੀ ਆਪਣਾ ਲੰਬੀ ਤੋਂ ਇਲੈਕਸ਼ਨ ਲੜਿਆ ਵੈਸੇ ਨੀਲ ਗਰਗ ਪਿਆਰ ਕਾਫੀ ਬਹੁਤ ਦੇਰ ਰਹਿਣਾ ਇੰਤਜ਼ਾਰ ਕਰ ਰਹੇ ਵਾਲਿਆਂ ਨਾਲ, ਚਾਹੇ ਕਾਂਗਰਸੀ ਹੋਵੇ। ਨੀਲ ਗਰਗ ਜੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਥੈਂਕ ਯੂ ਵੈਰੀ ਮਚ। ਜੇ ਵਿਕਾਸ ਦੇ ਕੰਮਾਂ ਦੇ ਵਿੱਚ ਤੁਸੀਂ ਕਹਿੰਦੇ ਹੋ ਮਨਪ੍ਰੀਤ ਸਿੰਘ ਬਾਦਲ ਕੋਈ ਫਰਕ ਨਹੀਂ ਰੱਖ ਸਕਦਾ, ਪ੍ਰਕਾਸ਼ ਸਿੰਘ ਬਾਦਲ ਦਾ ਹਲਕਾ ਪਰਿਵਾਰ ਆ, ਜੇਬ ਚੋਂ ਦੇ ਦੇਣ ਘਰਦਿਆਂ ਨੂੰ, ਤੁਸੀਂ ਦਿਓ, ਚਲੋ, ਤੁਸੀਂ ਵੀ ਓਕੇ, ਮਿਨਿਸਟਰ ਓਕੇ। ਰਹੇ ਹੋ, ਤੁਹਾਡਾ view ਅਕਾਲੀ ਬਣਾ ਦਲ ਦੇ ਗਿਆ। ਅਭਿਆਸ ਤੇ ਜੀ, ਤੁਸੀਂ ਜੀ। ਦਿਓ ਉਹਨਾਂ ਦੇ ਪਰਿਵਾਰ ਨੂੰ। ਜੀ ਰਾਣਾ ਜੀ ਤੁਹਾਡਾ ਵਿਊ ਪੁਆਇੰਟ ਆ ਗਿਆ। ਗਰਗ ਸਾਹਿਬ ਜਿਸ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਸੀ, ਤੁਸੀਂ ਵੀ ਇਹ ਗੱਲ ਕਹੀ ਸੀ ਕਿ ਕੈਪਟਨ ਅਮਰਿੰਦਰ ਦੀ ਗੱਲ ਕਰਦੇ ਆ, ਉਹ ਬਾਦਲਾਂ ਨਾਲ ਮਿਲੇ ਹੋਏ ਆ, ਸਾਰੇ ਜਾਣਦੇ ਆ। ਪਰ ਜਿੱਥੋਂ ਤੱਕ ਸਵਾਲ ਹੈਗਾ ਇਸ ਦੋਸ਼ ਦਾ, ਸਾਫ਼ ਤੌਰ ਤੇ ਮਲੂਕਾ ਸਾਹਿਬ ਨੇ ਕਿਹਾ ਕਿ ਕੋਰਾ ਝੂਠ ਹੈ, ਇਹੋ ਜੀ ਕੋਈ ਗੱਲ ਨਹੀਂ, ਇਹ ਸਿਰਫ ਪੋਲੀਟੀਕਲ ਐਲੀਗੇਸ਼ਨ ਹੈ। ਦੇਖੋ ਸਿੱਧੂ ਸਾਹਿਬ, ਇਹ ਪੋਲੀਟੀਕਲ ਐਲੀਗੇਸ਼ਨ ਨਹੀਂ ਹੈ, ਪੂਰਾ ਪੰਜਾਬ ਕਹਿੰਦਾ। ਔਰ ਛੱਡੋ ਪੰਜਾਬ ਨੂੰ, ਤੁਸੀਂ ਜਥੇਦਾਰ ਤੋਤਾ ਸਿੰਘ ਇਹਨਾਂ ਦੇ ਬਹੁਤ ਸੀਨੀਅਰ ਤੇ ਸਤਿਕਾਰਤ ਲੀਡਰ ਨੇ, ਇੱਕ ਵਾਰ ਉਹਨਾਂ ਨੇ ਵੀ ਮੀਡੀਆ ਦੇ ਵਿੱਚ ਇਹ ਮੰਨਿਆ ਸੀ, ਜਿਹੜੀ ਗੱਲ ਅੱਜ ਬੀਜੇਪੀ ਨੂੰ ਕਹੀ, ਕੱਲ ਨਰੇਸ਼ ਗੁਜਰਾਲ ਜੀ ਨੇ ਜਿਹੜੀ ਗੱਲ ਕਹੀ ਕਿ ਬੀਜੇਪੀ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਸੀ, ਉਸ ਟਾਈਮ ਤੇ ਜਥੇਦਾਰ ਤੋਤਾ ਸਿੰਘ ਨੇ ਵੀ ਆਖਿਆ ਸੀ ਇੱਕ ਬਿਆਨ ਦੇ ਵਿੱਚ, ਤੁਸੀਂ ਕਹੋ ਤਾਂ ਮੈਂ ਲੱਭ ਕੇ ਮੇਰੀ ਫੇਸਬੁੱਕ ਤੇ ਹੋਏਗਾ, ਮੈਂ ਤੁਹਾਨੂੰ ਜ਼ਰੂਰ ਉਹ ਵੀ ਭੇਜ ਦਿਆਂਗਾ। ਉਹਨਾਂ ਨੇ ਵੀ ਇਹ ਮੰਨਿਆ ਸੀ ਕਿ ਅਸੀਂ ਕਾਂਗਰਸ ਨੂੰ ਵੋਟਾਂ ਪਵਾਈਆਂ ਸੀ ਕਿਉਂਕਿ ਸਾਡੀ ਸਰਕਾਰ ਤੇ ਆਉਣੀ ਨਹੀਂ ਸੀ ਤੇ ਅਸੀਂ ਆਮ ਆਦਮੀ ਪਾਰਟੀ ਨੂੰ ਰੋਕਣਾ ਚਾਹੁੰਦੇ ਸੀ। ਔਰ ਦੂਸਰੀ ਗੱਲ ਮੈਂ ਜਿਹੜੀ ਚੀਜ਼ ਕਹਿ ਦਿੰਦਾ, ਕਿ ਸਾਡੇ ਜਿਹੜੇ ਸੀਨੀਅਰ ਪੱਤਰਕਾਰ ਧਾਲੀਵਾਲ ਜਿਹੜੀ ਗੱਲ ਕਹਿ ਰਹੇ ਨੇ, ਇਹ ਬਿਲਕੁਲ ਸੱਚਾਈ ਹੈ। ਬਠਿੰਡੇ ਦੇ ਵਿੱਚ ਖੁੰਡ ਚਰਚਾ ਹੈਗੀ ਹੈ ਕਿ ਦੋਨੋਂ ਜਿਹੜੇ ਬਾਦਲ ਪਰਿਵਾਰ ਨੇ ਔਰ ਇਕੱਠੇ ਹੋ ਗਏ। ਠੀਕ ਹੈ, ਪਰਿਵਾਰ ਹੈ, ਇਕੱਠਾ ਹੋਣਾ ਚਾਹੀਦਾ, ਕੋਈ ਕਿਸੇ ਨੂੰ ਇਹ 'ਚ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ। ਮੈਂ ਇਸ ਗੱਲ ਤੇ ਮਲੂਕਾ ਸਾਹਿਬ ਨਾਲ ਸਹਿਮਤ ਹਾਂ, ਲੋਕੀ ਕੋਈ ਦੁਸ਼ਮਣੀਆਂ ਥੋੜੋ ਪਾ ਲੈਣ, ਪਰ ਜੇਕਰ ਉਸ ਮੇਲ ਮਿਲਾਪ ਦਾ ਆਮ ਲੋਕਾਂ ਨੂੰ ਨੁਕਸਾਨ ਹੁੰਦਾ ਹੋਵੇ ਤਾਂ ਨੈਚੁਰਲੀ ਕਿਤੇ ਨਾ ਕਿਤੇ ਉਸਦੇ ਸਵਾਲ ਜਿਹੜੇ ਆ ਉਹ ਉੱਠਣਗੇ, ਕਿਉਂਕਿ ਇਹ ਜਿਹੜਾ ਮਿਲੇ ਹੋਣ ਦਾ ਜਿਹੜਾ ਪ੍ਰਭਾਵ ਹੈਗਾ, ਇਸ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਜਿਹੜੇ ਮਸਲੇ ਆ ਉਹ ਉਲਝੇ ਹੋਏ ਆ। ਔਰ ਮੈਂ ਜਿਹੜੀ ਚੀਜ਼ ਜਿਹੜੀ ਕਹਿਣਾ ਚਾਹੁੰਦਾ ਵਾਂ, ਪਿਛਲੇ ਦਿਨ ਜਦੋਂ ਇਹਨਾਂ ਨੇ ਅਕਾਲੀ ਦਲ ਦਾ ਉਮੀਦਵਾਰ ਬਠਿੰਡੇ ਤੋਂ ਅਨਾਉਂਸ ਕੀਤਾ, ਲੋਕਾਂ ਨੇ ਉਸੇ ਦਿਨ ਹੀ ਕਹਿਣਾ ਸ਼ੁਰੂ ਕਰਤਾ ਸੀ ਕਿ ਜਾਨੀ ਕਿ ਪਰਿਵਾਰ ਦੋਨੋਂ ਮਿਲੇ ਹੋਏ ਨੇ ਔਰ ਜਾਣਬੁੱਝ ਕੇ ਜਾਨੀ ਕਿ ਇਸ ਤਰ੍ਹਾਂ ਦਾ ਜਾਨੀ ਕਿ ਉਮੀਦਵਾਰ ਉਤਾਰ ਕੇ ਇਹਨਾਂ ਨੂੰ ਆਪ ਹੀ ਹਰਾ ਦੇਣਗੇ ਇਹ, ਯਾਨੀ ਕਿ ਮਨਪ੍ਰੀਤ ਨੂੰ ਜਿਤਾਉਣ ਵਾਸਤੇ। ਜਿਸ ਤਰ੍ਹਾਂ ਮਨਪ੍ਰੀਤ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਜਿਹੜਾ ਹੈਗਾ ਲੋਕ ਸਭਾ ਦੇ ਵਿੱਚ ਜਿਤਾਇਆ ਸੀ, ਜੇ ਰਾਜਾ ਅਮਰਿੰਦਰ ਵੜਿੰਗ ਅੱਜ ਇਹ ਤਾਂ ਇਹਨਾਂ ਨੂੰ ਉਦੋਂ ਲੋਕ ਸਭਾ ਦੇ ਇਲੈਕਸ਼ਨ 'ਚ ਵੀ ਪਤਾ ਸੀ ਕਿ ਮੈਨੂੰ ਹਰਾਇਆ ਗਿਆ, ਉਦੋਂ ਕਿਉਂ ਨਹੀਂ ਬੋਲੇ? ਪਰ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਵਾਂ, ਬਿਟਵੀਨ ਦਾ ਲਾਈਨ ਜਿਹੜਾ ਮੈਸੇਜ ਕੁਝ ਹੋਰ ਹੈ। ਪਿਛਲੇ ਦਿਨ ਹੀ ਤੁਸੀਂ ਦੇਖਿਆ ਹੋਣਾ, ਹਰਵਿੰਦਰ ਲਾਡੀ ਜਿਹੜੇ ਇਹਨਾਂ ਦੇ ਬਠਿੰਡਾ ਦਿਹਾਤੀ ਤੋਂ ਆਉਂਦੇ ਨੇ, ਕਾਂਗਰਸ ਦੇ ਵੱਡੇ ਲੀਡਰ ਨੇ, ਇਲੈਕਸ਼ਨ ਲੜੀ ਸੀ, ਜਿਨ੍ਹਾਂ ਦੀ ਇਹ ਵੀ ਸੁਣਿਆ ਕਿ ਟਿਕਟ ਦਿਵਾਉਣ ਦੇ ਵਿੱਚ ਮਨਪ੍ਰੀਤ ਬਾਦਲ ਸਾਹਿਬ ਦਾ ਸਭ ਤੋਂ ਵੱਡਾ ਹੱਥ ਸੀ। ਉਹਨਾਂ ਨੇ ਵੀ ਜਿਸ ਤਰੀਕੇ ਦਾ ਵਿਰੋਧ ਪ੍ਰਦਰਸ਼ਨ ਚੰਡੀਗੜ੍ਹ ਦੇ ਵਿੱਚ ਜਾ ਕੇ ਕੀਤਾ, ਜਾਂ ਜਿਸ ਤਰੀਕੇ ਦੇ ਬੋਰਡ ਇੱਥੇ ਲਗਾਏ, ਔਰ ਹੁਣ ਜਿਸ ਤਰੀਕੇ ਨਾਲ ਰਾਜਾ ਵੜਿੰਗ ਜਿਸ ਤਰੀਕੇ ਨਾਲ ਬੋਲ ਰਹੇ ਨੇ, ਉਹ ਇਹ ਸਾਰਾ ਉਸ ਚੀਜ਼ ਦਾ ਕਿਤੇ ਨਾ ਕਿਤੇ ਇਹਨਾਂ ਨੂੰ ਹੋ ਸਕਦਾ ਜਿਹੜਾ ਇਹ ਇਸ਼ਾਰਾ ਉੱਤੋਂ ਇਹਨਾਂ ਦੀ ਕਿਸੇ ਵੱਡੇ ਲੀਡਰ ਦਾ ਹੋਇਆ ਹੋਵੇ, ਇਹ ਵੀ ਇਹਦੇ ਪਿੱਛੇ ਰੀਜ਼ਨ ਹੋ ਸਕਦਾ ਹੈ। ਬਾਕੀ ਅਦਰਵਾਈਜ਼ ਤਾਂ ਸਾਰੇ ਪੰਜਾਬ ਨੂੰ ਹੀ ਪਤਾ ਹੈ ਕਿ ਦੋਨੋਂ ਪਰਿਵਾਰ ਵੀ ਮਿਲੇ ਹੋਏ ਨੇ ਔਰ ਦੋਨੋਂ ਪਾਰਟੀਆਂ ਵੀ ਮਿਲੀਆਂ ਹੋਈਆਂ ਨੇ, ਰਲੀ ਮਿਲੀ ਸਰਕਾਰ ਚੱਲ ਰਹੀ ਹੈ। ਜੀ ਜੀ, ਓਕੇ, ਥੈਂਕ ਯੂ ਵੈਰੀ ਮਚ। ਤੁਹਾਡਾ ਵਿਊ ਪੁਆਇੰਟ ਹੈ। ਨਰਪਿੰਦਰ ਧਾਲੀਵਾਲ ਦੇ ਕਮੈਂਟਸ ਵੀ ਆਪਾਂ ਲੈਣੇ ਚਾਹਾਂਗੇ। ਨਰਪਿੰਦਰ ਜੀ, ਤੁਸੀਂ ਆਪਣੇ ਤੌਰ ਤੇ ਗੱਲ ਕੀਤੀ ਹੈ ਜੀ, ਪਰ ਮਲੂਕਾ ਦਾ ਕਹਿਣਾ ਵੀ ਇਹਨਾਂ ਦੋਸ਼ਾਂ 'ਚ ਜਾਂ ਜਿਹੜੀਆਂ ਵੀ ਪਰਸੈਪਸ਼ਨਸ ਹੈਗੀਆਂ, ਐਲੀਗੇਸ਼ਨ ਹੈ, ਅਫਵਾਹਾਂ ਹੈ, ਉਹਨਾਂ 'ਚ ਕੋਈ ਸਜਾਈ ਨਹੀਂ। ਦੋ ਪਰਿਵਾਰ ਜਿਹੜੇ ਨੇੜਤਾ ਹੋਣੀ ਵੱਖਰੀ ਗੱਲ ਹੈ, ਪਰ ਪੋਲੀਟੀਕਲ ਤੌਰ ਤੇ ਉਹ ਆਪਣੀਆਂ ਆਪਣੀਆਂ ਥਾਵਾਂ ਦੇ ਉੱਤੇ ਖੜੇ ਹੈ। ਕਿਸੇ ਤਰੀਕੇ ਨਾਲ ਵੀ, ਚਾਹੇ ਮਨਪ੍ਰੀਤ ਗੱਲ ਕਰੀਏ ਜਾਂ ਬਾਦਲਾਂ ਦੀ ਗੱਲ ਕਰੀਏ, ਪੋਲੀਟੀਕਲ ਤੌਰ ਤੇ ਕੋਈ ਸਾਂਝ ਨਹੀਂ। ਪੂਰੀ ਤਰ੍ਹਾਂ ਇਸ ਗੱਲ ਨੂੰ ਰੱਦ ਕਰਦੇ ਆ ਦੋਸ਼ਾਂ ਨੂੰ। ਸਿੱਧੂ ਸਾਹਿਬ ਦੇਖੋ, ਇੱਕ ਗੱਲ ਬੜੀ ਸਾਫ਼ ਹੈ ਵੀ ਰਾਜਾ ਵੜਿੰਗ ਨੇ ਜਿਹੜੇ ਦੋਸ਼ ਲਾਏ ਨੇ, ਉਹ ਤਾਂ ਤੁਸੀਂ ਬਹੁਤ ਵਾਰ ਸਾਰੀ ਲੀਡਰਾਂ ਨੇ, ਤਕਰੀਬਨ ਆਪਾਂ ਜਿਹੜੇ ਸਤਿਕਾਰਤ ਸ਼ਖਸੀਅਤਾਂ ਨੇ ਉਹਨਾਂ ਤੇ ਕਾਫੀ ਬਹਿਸ ਕਰ ਲਈ ਹੈਗੀ ਆ ਜੀ। ਮਨਪ੍ਰੀਤ ਬਾਦਲ ਦਾ ਪਿਛਲੇ ਸਮੇਂ ਤੋਂ ਜੇ ਤੁਸੀਂ ਰਿਕਾਰਡ ਦੇਖੀ ਆਪਾਂ, ਵੈਸੇ ਉਹ ਕਾਫੀ ਕੁਆਲੀਫਾਈਡ ਪਰਸਨ ਨੇ, ਵੈਸੇ ਵੀ ਕਿਸੇ ਦੇ ਖਿਲਾਫ ਨਜਾਇਜ਼ ਨਹੀਂ ਬੋਲਦੇ, ਪਰ ਮੈਂ ਨਹੀਂ ਦੇਖਿਆ ਉਹਨਾਂ ਨੂੰ ਕੋਈ ਹੁਣ ਉਹਨਾਂ ਦੀ ਕਿਸੇ ਪਿਛਲੇ ਸਮੇਂ ਤੋਂ ਕੋਈ ਜਿਹੜੀ ਹੈਗੀ ਆ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਕੋਈ ਟਿੱਪਣੀ ਆਈ ਹੋਵੇ, ਜਾਂ ਉਹਨਾਂ ਵੱਲੋਂ ਕੋਈ ਟਿੱਪਣੀ ਕੀਤੀ ਗਈ ਹੋਵੇ। ਹਾਲਾਂਕਿ ਦੇਖੋ, ਬੜਾ ਜਿਹੜਾ ਪੰਜਾਬ ਦੇ ਵਿੱਚ ਇਸ ਟਾਈਮ ਬੇਅਦਬੀਆਂ ਦਾ ਮਾਮਲਾ ਹੈ ਜਾਂ ਕੋਈ ਹੋਰ ਮਾਮਲੇ ਨੇ, ਉਹ ਬੜੇ ਖੁੱਲ੍ਹ ਕੇ ਸਾਹਮਣੇ ਨੇ, ਜਿਨ੍ਹਾਂ ਤੇ ਲੋਕਾਂ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ ਕਿ ਵੀ ਜਿਹੜੇ ਹੈਗੀ ਹੈ ਕਾਂਗਰਸ ਸਰਕਾਰ ਫੇਲ ਸਾਬਤ ਹੋਈ ਹੈ ਬੇਅਦਬੀ ਦੇ ਮਾਮਲੇ। ਜੀ ਜੀ ਹੋਰ ਨਰਪਿੰਦਰ ਜੀ, ਨਰਪਿੰਦਰ ਜੀ, ਮੈਂ ਇੱਕ ਨਿੱਕਾ ਜਿਹਾ ਸਵਾਲ, ਨਰਪਿੰਦਰ ਜੀ ਬਿਲਕੁਲ ਨਿੱਕਾ ਜਿਹਾ ਸਵਾਲ, ਮੈਂ ਇਸ ਮੁੱਦੇ ਤੇ ਇੱਕ ਨਿੱਕਾ ਜਿਹਾ ਸਵਾਲ ਲੈਣਾ ਚਾਹਾਂਗਾ। ਜਿਹੜੀ ਗੱਲ ਆ ਰਹੀ ਉੱਭਰ ਕੇ ਮਨਪ੍ਰੀਤ ਬਾਦਲ ਦੀ ਜਾਂ ਬਾਦਲਾਂ ਨਾਲ ਸਾਂਝ ਦੀ, ਰਾਜਾ ਵੜਿੰਗ ਦੀ ਗੱਲ ਆ, ਦੂਜੀਆਂ ਗੱਲਾਂ ਹੈਗੀਆਂ। ਕੱਲ ਨੂੰ ਇਲੈਕਸ਼ਨ ਤਾਂ ਆ ਹੀ ਰਹੀਆਂ, ਪੰਜਾਬ ਇਲੈਕਸ਼ਨ ਵੱਲ ਵੱਧ ਰਿਹਾ। ਜੇ ਇਹੋ ਜਿਹਾ ਮਾਹੌਲ ਬਣਿਆ ਰਿਹਾ
ਤਾਂ ਮਾਲਵੇ ਦੀ ਜਿਹੜੀ ਰਾਜਨੀਤੀ ਹੈ, ਇਹਨਾਂ ਸੰਬੰਧਾਂ ਦਾ, ਇਹਨਾਂ ਗੱਠਜੋੜਾਂ ਦਾ, ਇਹਨਾਂ ਐਲੀਗੇਸ਼ਨਾਂ ਦਾ ਕੋਈ ਇੰਪੈਕਟ ਅਸਰ ਪਏਗਾ ਮਾਲਵੇ ਦੀ ਰਾਜਨੀਤੀ ਤੇ? ਬਿਲਕੁਲ ਪਏਗਾ ਜੀ। ਜੇ ਪਰਿਵਾਰ ਆਪਸ ਵਿੱਚ ਇਕੱਠੇ ਹੋ ਜਾਂਦੇ ਨੇ ਤਾਂ ਲਾਜ਼ਮੀ ਤੌਰ ਤੇ ਜਿਹੜਾ ਹੈਗਾ ਮਾਲਵੇ ਦੀ ਰਾਜਨੀਤੀ ਤੇ ਇੱਕ ਬਹੁਤ ਵੱਡਾ ਅਸਰ ਪਏਗਾ ਜੀ। ਓਕੇ, ਚਲੋ, ਥੈਂਕ ਯੂ ਵੈਰੀ ਮਚ। ਮਲੂਕਾ ਸਾਹਿਬ, ਮੈਂ ਤੁਹਾਡੇ ਤੋਂ ਵੀ ਇਸ ਮੁੱਦੇ ਤੇ ਜਵਾਬ ਲੈਣਾ ਚਾਹੁੰਦਾ। ਬਾਰ-ਬਾਰ ਗਰਗ ਸਾਹਿਬ ਨੇ ਕਿਹਾ ਹੈ, ਉਹਨਾਂ ਨੇ ਉਦਾਹਰਨਾਂ ਦੇ ਕੇ ਕਿਹਾ ਹੈ ਕਿ ਕਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਦੀ ਗੱਲ ਕਰ ਲਈਏ, ਮਨਪ੍ਰੀਤ ਬਾਦਲ ਦੀ ਗੱਲ ਤਾਂ ਕਰ ਹੀ ਲਿਆ ਕਿ ਆਪਸ ਵਿੱਚ ਮਿਲੇ ਹੋਏ ਹੈ, ਪਰ ਜੇ ਦੋਨੇ ਪਰਿਵਾਰ ਇਕੱਠੇ ਹੋ ਜਾਂਦੇ ਤਾਂ ਮਾਲਵੇ ਦੀ ਰਾਜਨੀਤੀ ਜੀ। ਗਰਗ ਸਾਹਿਬ ਦਾ ਜਵਾਬ ਦੇਣਾ ਚਾਹੁੰਦਾ ਸੀ। ਇਹਨਾਂ ਨੇ ਕਿਹਾ ਜਹੇਦਾਰ ਤੋਤਾ ਸਿੰਘ ਨੇ ਕਿਹਾ, ਮੈਂ ਵੀ ਕਹਿਣਾ ਹੈ ਕਿ ਸਾਨੂੰ ਵੋਟਾਂ ਉਸ ਵੇਲੇ ਬੀਜੇਪੀ ਨੇ ਜਾਂ ਪਾਈਆਂ ਨੇ ਜਾਂ ਢਿੱਲ ਕੀਤੀ ਹੈ ਜਾਂ ਸੁਸਤੀ ਕੀਤੀ ਹੈ। ਹੋ ਸਕਦਾ ਹੈ ਜਿਵੇਂ ਅੱਜ ਗੁਜਰਾਲ ਜੀ ਨੇ ਕਿਹਾ ਕਾਂਗਰਸ ਨੂੰ ਪਾ ਗਏ ਹੋਣ, ਹੋ ਸਕਦਾ ਹੈ, ਮੈਂ ਨਹੀਂ ਕਹਿੰਦਾ। ਅਕਾਲੀ ਦਲ ਦਾ ਤਾਂ ਸੋਚੋ ਹੀ ਨਾ ਵੀ ਕਾਂਗਰਸ ਨੂੰ ਵੋਟਾਂ ਪਾਈਆਂ ਜਾਂ ਪਾਉਣੀਆਂ। ਹੁਣ ਵੋਟਾਂ ਪਾਤੀਆਂ ਕਾਂਗਰਸ ਨੂੰ ਚਲੋ ਫਾਇਦਾ ਵੀ ਹੋ ਗਿਆ, ਆਪਾਂ ਮੰਨ ਲਓ, ਤੇ ਆਪ ਵਾਲਿਆਂ ਦਾ ਤਾਂ ਕੋਈ ਨੁਕਸਾਨ ਹੀ ਨਹੀਂ ਹੋਇਆ ਉਹਦੇ ਚ। ਆਪ ਨੂੰ ਤਾਂ ਪਾਉਣੀਆਂ ਨਹੀਂ ਸੀ, ਬੀਜੇਪੀ ਨੇ ਆਪ ਨੂੰ ਪਾਉਣੀਆਂ ਸੀ ਵੀ ਕਾਂਗਰਸ ਨੂੰ ਪਾਤੀਆਂ। ਇਹ ਤਾਂ ਗਲਤ, ਇਹਨਾਂ ਦੀ ਗਲਤ ਐਲੀਗੇਸ਼ਨ ਆ ਵੀ ਅਸੀਂ ਜਿੱਤ ਜਾਂਦੇ ਜੇ ਕਾਂਗਰਸ ਨੂੰ ਨਾ ਪਾਉਂਦੇ। ਤੁਸੀਂ ਤਾਂ ਇੰਨਾ ਹੀ ਰਹਿਣਾ ਸੀ, ਸਾਡੀਆਂ ਵੋਟਾਂ ਕਾਂਗਰਸ ਨੂੰ ਗਈਆਂ ਨੇ। ਮੈਂ ਫੇਰ ਕਹਿਣਾ ਸਾਡਾ ਨੁਕਸਾਨ ਹੋ ਗਿਆ ਜੇ ਬੀਜੇਪੀ ਨੇ ਨਹੀਂ ਪਾਈਆਂ, ਜੇ ਚੋਰੀ ਕਾਂਗਰਸ ਨੂੰ ਪਾ ਗਏ ਨੇ। ਜਹੇਦਾਰ ਤੋਤਾ ਸਿੰਘ ਨੇ ਸਾਡੀ ਮੀਟਿੰਗ 'ਚ ਵੀ ਇਹ ਮਸਲਾ ਗਰਗ ਸਾਹਿਬ ਉੱਠਿਆ ਸੀ ਕਿ ਬੀਜੇਪੀ ਵੋਟਾਂ ਚੋਰੀ ਕਾਂਗਰਸ ਨੂੰ ਪਾ ਗਈ, ਉੱਤੋਂ ਕੋਈ ਹਦਾਇਤ ਆ ਗਈ ਸੀ। ਇਹ ਸਾਡੀ ਮੀਟਿੰਗ 'ਚ ਵੀ ਮਸਲਾ ਉੱਠਿਆ ਸੀਗਾ, ਪਰ ਕਿਉਂਕਿ ਸਾਡੇ ਕੋਲ ਕੋਈ ਸਬੂਤ ਹੈ ਨਹੀਂਗਾ, ਬਿਨਾਂ ਸਬੂਤ ਤੋਂ ਐਵੇਂ ਮਾਰੀ ਜਾਏਗੀ ਹੱਥ ਪੱਲਾ, ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਸੋ ਜਿੱਥੋਂ ਤੱਕ ਦੂਜੀ ਗੱਲ, ਫਿਰ ਮੈਂ ਕਹਿਣਾ ਕਿ ਕੋਈ ਬਿਲਕੁਲ ਗੱਲ ਨਹੀਂ। ਪਿੱਛੇ ਜੇ ਹੁਣ ਤੁਸੀਂ ਜਿਹੜੀ ਮਨਪ੍ਰੀਤ ਹੋਰਾਂ ਦੀ ਮੈਨਿੰਗ ਦਾ ਮਸਲਾ ਉੱਠਿਆ ਸੀ, ਸਿੱਧੂ ਸਾਹਿਬ ਕਿੰਨਾ ਰੌਲਾ ਪਾਇਆ ਅਕਾਲੀ ਦਲ ਨੇ, ਹਰਸਿਮਰਤ ਨੇ ਕਿੰਨਾ ਰੌਲਾ ਪਾਇਆ, ਬੀਬੀ ਨੇ, ਸਰੂਪ ਨੇ ਕਿੰਨਾ ਰੌਲਾ ਪਾਇਆ, ਸਾਰੇ ਅਕਾਲੀ ਦਲ ਨੇ ਕਿੰਨੇ ਧਰਨੇ ਮੁਜ਼ਾਹਰੇ ਕੀਤੇ ਆ। ਕੋਈ ਇਹੋ ਜਿਹੀ ਗੱਲ ਨਹੀਂ, ਐਵੇਂ ਜਾਣਬੁੱਝ ਕੇ ਕੁਝ ਲੋਕ ਐਵੇਂ ਦੋਸ਼ ਲਾਉਂਦੇ ਆ। ਕੋਈ ਸਾਡਾ ਕਿਸੇ ਨਾਲ ਸੰਬੰਧ ਨਹੀਂ। ਸਿਆਸਤ ਅਸੀਂ ਆਪਦੀ ਕਰਨੀ ਹੈ, ਹਰ ਬੰਦੇ ਨੇ, ਦੂਜਿਆਂ ਨੇ, ਕਾਂਗਰਸ ਵਾਲਿਆਂ ਨੇ ਆਪਦੀ ਕਰਨੀ ਹੈ, ਆਪ ਨੇ ਆਪਦੀ ਕਰਨੀ ਹੈ। ਮੈਂ ਫਿਰ ਕਹਿਣਾ ਮੈਂ ਜਾਤੀ ਦੁਸ਼ਮਣੀਆਂ ਦੇ ਹੱਕ 'ਚ ਨਹੀਂ ਹੈਗਾ। ਬਿਲਕੁਲ। ਮਲੂਕਾ ਸਾਹਿਬ, ਇੱਕ ਸਵਾਲ ਜਿਹੜਾ ਪੋਲੀਟੀਕਲ, ਮੈਂ ਜਾਤੀ ਨਹੀਂ ਪੋਲੀਟੀਕਲ ਸਵਾਲ ਪੁੱਛਦਾ ਹਾਂ, ਜਿਹੜਾ ਨੀਲ ਗਰਗ ਉਹਨਾਂ ਨੇ ਵੀ ਕਿਹਾ ਹੈ। ਹੁਣ ਜੇ ਆਪਾਂ ਬਠਿੰਡੇ ਦੀ ਪੋਲਿਟਿਕਸ ਦੀ ਗੱਲ ਕਰਦੇ ਹਾਂ ਤਾਂ ਹਰਸਿਮਰਤ ਬਾਦਲ ਨੂੰ ਜਿਤਾਉਣ ਦੇ ਮਾਮਲੇ 'ਚ ਵੀ ਉਹ ਕਹਿੰਦੇ ਕਿਸੇ ਨਾ ਕਿਸੇ ਤਰੀਕੇ ਨਾਲ ਮਨਪ੍ਰੀਤ ਬਾਦਲ ਦਾ ਵੀ ਹੱਥ ਹੋਏਗਾ। ਇਹ ਜਿਹੜੀ ਭੂਮਿਕਾ ਨਿਭਾਈ ਗਈ ਹੈ, ਇਹ ਐਲੀਗੇਸ਼ਨ ਵੀ, ਇਹ ਤਾਂ ਪੋਲੀਟੀਕਲ ਆ ਨਾ ਜੀ। ਨਹੀਂ, ਮੇਰਾ ਮਤਲਬ ਵੀ ਜਿਹੜੇ ਬਾਕੀ ਹਲਕਿਆਂ 'ਚੋਂ ਫਿਰ ਬਲਾਡਿਓਂ ਜਿੱਤੀ ਹਰਸਿਮਰਤ, ਉੱਥੋਂ ਕਿਵੇਂ ਜਿੱਤੀ? ਫਿਰ ਨਥਾਣੇ 'ਚੋਂ ਜਿੱਤੀ, ਉੱਥੋਂ ਕਿਵੇਂ ਜਿੱਤੀ ਹਰਸਿਮਰਤ? ਉੱਥੇ ਵੀ ਮਨਪ੍ਰੀਤ ਨੇ ਜਿਤਾਇਆ ਜਾ ਕੇ ਉਹਨੂੰ। ਇਹ ਐਵੇਂ ਦੋਸ਼ ਵਾਲੀਆਂ ਗੱਲਾਂ। ਜਿੱਥੋਂ ਹਾਰ ਗਈ ਉੱਥੋਂ ਕਿਵੇਂ ਹਾਰ ਗਈ? ਤਲਮੰਡੀ ਤੋਂ ਹਾਰ ਗਈ, ਈਵਨ ਸਰਦੂਲਗੜ੍ਹ ਤੋਂ ਹਾਰ ਗਈ, ਭੁੰਦੜ ਸਾਹਿਬ ਦੇ ਹਲਕੇ 'ਚੋਂ, ਉੱਥੋਂ ਕਿਵੇਂ ਹਾਰ ਗਈ? ਫਿਰ ਇਹ ਐਵੇਂ ਬੇਸਿਲਸ ਗੱਲਾਂ ਨੇ ਜਿਹਦਾ ਕੋਈ ਦਮ ਨਹੀਂ ਇਹਨਾਂ ਗੱਲਾਂ ਦੇ ਵਿੱਚ। ਫੈਸਲੇ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ। ਕਿਸੇ ਦੇ ਆਖੇ ਕਿੰਨੀਆਂ ਕੁ ਵੋਟਾਂ ਪਾ ਦੂਗਾ? ਕੋਈ 100 ਪਾ ਦੂ, 50 ਪਾ ਦੂ, ਹੋਰ ਕੀ ਕਰ ਦੂਗਾ? ਵੋਟ ਪਾਉਣੀ ਜ਼ਿੰਮੇਵਾਰ ਲੀਡਰ ਨੂੰ ਕਹਿ ਕੇ ਬੜੀ ਔਖੀ ਹੁੰਦੀ ਆ, ਜਲੂਸ ਨਿਕਲ ਜਾਂਦਾ। ਐਵੇਂ ਕਹਿਣਾ ਸੌਖਾ ਹੁੰਦਾ, ਪਾਉਣੀ ਬਹੁਤ ਔਖੀ ਆ। ਥੈਂਕ ਯੂ ਵੈਰੀ ਮਚ। ਰਾਣਾ ਚਾਲ ਜੀ, ਇਸ ਮੁੱਦੇ ਤੇ ਆਖਰੀ ਕਮੈਂਟ। ਜਿਸ ਤਰੀਕੇ ਨਾਲ ਮਨਪ੍ਰੀਤ ਦੀ ਗੱਲ ਉੱਭਰੀ ਹੈ ਬਾਦਲ ਨਾਲ ਸਾਂਝ ਨੂੰ ਲੈ ਕੇ, ਕੀ ਇਹ ਗੱਲ ਕਿਸੇ ਸਿੱਟੇ ਤੱਕ ਪਹੁੰਚੇਗੀ? ਪੋਲੀਟੀਕਲ ਤੌਰ ਤੇ ਇਸਦਾ ਕੋਈ ਇੰਪੈਕਟ ਪਏਗਾ ਪੰਜਾਬ ਦੀ ਰਾਜਨੀਤੀ ਤੇ ਜਾਂ ਮਾਲਵੇ ਦੀ ਰਾਜਨੀਤੀ ਤੇ? ਜੀ ਰਾਣਾ ਜੀ। ਨਹੀਂ ਜੀ, ਦੇਖੋ, ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕੱਟ ਚ ਕਰ ਦੇਵਾਂ। ਜੇ ਅੱਜ ਮਨਪ੍ਰੀਤ ਸਿੰਘ ਬਾਦਲ ਪਾਰਟੀ ਛੱਡ ਕੇ ਵੀ ਜਾਂਦਾ ਰਹਿੰਦਾ ਨਾ ਕਾਂਗਰਸ ਨੂੰ ਫਾਇਦਾ ਇਹਦਾ ਤੇ ਨਾ ਹੀ ਕੋਈ ਨੁਕਸਾਨ ਹੋਣਾ। ਇਹਦੇ ਰਹਿਣ ਨਾਲ ਕੋਈ ਫਾਇਦਾ ਨਹੀਂ, ਇਹਦੇ ਜਾਣ ਨਾਲ ਕੋਈ ਨੁਕਸਾਨ ਨਹੀਂ ਹੈਗਾ। ਸੋ ਚਾਹੇ ਬਾਦਲ ਵਾਲਿਆਂ ਕੋਲੇ ਜਾਂਦਾ 10 ਵਾਰੀ ਜਾਂਦਾ ਰਹੇ, ਮੈਂ ਤਾਂ ਕਹਿਣਾ ਸਗੋਂ ਕਾਂਗਰਸ ਨਾਲ ਜਿਹੜੀ ਕੋਈ ਟੁੱਟੀ ਵੋਟ ਆ ਗਿੱਦੜਵੇ ਦੀ, ਉਹ ਆ ਕੇ ਜੂਗੀ ਜੀ। ਤਾਂ ਤੁਸੀਂ ਫਿਰ ਕਾਕਾ ਚਹਿਲ ਸਾਹਿਬ, ਤੁਸੀਂ ਜਦੋਂ ਤੁਹਾਨੂੰ ਪਤਾ ਵੀ ਇਹ ਬੰਦਾ ਗਲਤ ਹੈ, ਤੁਹਾਡਾ ਖਜ਼ਾਨਾ ਮੰਤਰੀ, ਤੁਹਾਨੂੰ ਖੁਦ ਪਤਾ ਹੈ, ਤੁਹਾਡੇ ਕੋਲੇ ਸਬੂਤ ਹੈਗੇ ਆ, ਤੇ ਫਿਰ ਪਾਰਟੀ ਚੋਂ ਕੱਢ ਦਿਓ ਕਿ ਫਿਰ ਕਿਉਂ ਰੱਖਿਆ ਪਾਰਟੀ ਦੇ ਵਿੱਚ? ਫਿਰ ਕੱਢ ਦਿਓ, ਆਪੇ ਕਿਤੇ ਜਾਵੇ। ਮਲੂਕਾ ਸਾਹਿਬ, ਆਪਾਂ ਨੂੰ ਠੇਕਾ ਲਿਆ, ਚਾਹੇ ਆਪ 'ਚ ਜਾਵੇ, ਚਾਹੇ ਅਕਾਲੀ ਦਲ 'ਚ ਜਾਵੇ, ਜੀ ਜਾਵੇ। ਜੀ ਮਲੂਕਾ ਸਾਹਿਬ, ਤੁਹਾਡਾ ਕਮੈਂਟ ਆ ਗਿਆ, ਆਪਾਂ ਕਮੈਂਟ ਲੈ ਲਈਏ, ਸਮਾਂ ਵੀ ਨਹੀਂ ਆ। ਰਾਣਾ ਜੀ, ਤੁਹਾਨੂੰ ਪਤਾ ਲੱਗ ਜੂਗਾ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ। ਓਕੇ, ਥੈਂਕ ਯੂ ਵੈਰੀ ਮਚ। ਨੀਲ ਗਰਗ, ਆਖਰੀ ਕਮੈਂਟ। ਜੋ ਕੁਝ ਮਾਲਵੇ 'ਚ ਉਥਲ ਪੁਥਲ ਹੋ ਰਹੀ ਹੈ, ਕਿ ਆ ਰਹੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ, ਉਹਦੇ ਤੇ ਕੋਈ ਇੰਪੈਕਟ ਪਏਗਾ? 2 ਲਾਈਨਾਂ ਦੇ ਕਮੈਂਟ, ਇੰਨਾ ਕੀ ਗਰਗ ਸਾਹਿਬ? ਦੇਖੋ, ਚੋਣਾਂ ਦੇ ਨੇੜੇ ਆ ਕੇ ਐਸੀ ਉਥਲ ਪੁਥਲ ਸੁਭਾਵਕ ਹੁੰਦੀ ਹੈ, ਹਮੇਸ਼ਾ ਹੀ ਹੁੰਦੀ ਹੈ, ਕੋਈ ਪਹਿਲੀ ਵਾਰੀ ਨਹੀਂ ਹੋਣ ਲੱਗੀ। ਇਹਦਾ ਪ੍ਰਭਾਵ ਤੇ ਪਏਗਾ, ਔਰ ਪ੍ਰਭਾਵ ਕਿਹਦੇ ਹੱਕ 'ਚ ਪਏਗਾ, ਕਿਹਦੇ ਵਿਰੋਧ 'ਚ ਪਏਗਾ, ਇਹ ਸਮਾਂ ਦੱਸੇਗਾ। ਜੀ ਜੀ, ਬਹੁਤ ਬਹੁਤ ਮਿਹਰਬਾਨੀ। ਮਲੂਕਾ ਸਾਹਿਬ, ਚਾਲ ਜੀ, ਗਰਗ ਸਾਹਿਬ, ਧਾਲੀਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਇਸ ਮੁੱਦੇ ਤੇ ਆਏ। ਜਿੱਥੋਂ ਤੱਕ ਸਵਾਲ ਹੈ ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ਦਾ, ਇਹ ਲੜਾਈ ਜਾਤੀ ਨਹੀਂ ਹੈ। ਜਦੋਂ ਕਿਸੇ ਸਰਕਾਰ ਦੇ ਵਿੱਤ ਮੰਤਰੀ ਦੇ ਖਿਲਾਫ ਇਹ ਦੋਸ਼ ਲੱਗਣ ਕਿ ਵਿਰੋਧੀ ਧਿਰ ਖਾਸ ਤੌਰ ਤੇ ਬਾਦਲਾਂ ਨਾਲ ਮਿਲਿਆ ਹੋਇਆ,
ਤਾਂ ਸਵਾਲ ਉੱਠਣੇ ਸੁਭਾਵਿਕ ਹੈ। ਸੱਚ ਕੀ ਹੈ ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ, ਪਰ ਜਿੱਦਾਂ ਬਹਿਸ 'ਚ ਮੁੱਦਾ ਉੱਭਰ ਕੇ ਸਾਹਮਣੇ ਆਇਆ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਮੁੱਦੇ ਤੇ ਆਉਣ ਵਾਲੇ ਸਮੇਂ 'ਚ ਰਾਜਨੀਤੀ ਵੀ ਹੋਏਗੀ ਪ੍ਰਭਾਵਿਤ। ਇਹਨਾਂ ਮਾਮਲਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਣੇ ਮਹਿਮਾਨਾਂ ਦਾ ਇੱਕ ਵਾਰ ਮੈਂ ਮੁੜ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।